ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਅੰਮ੍ਰਿਤਮਈ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਸਬਣੀ ਘਟੀ ਸਹੁ ਵਸੈ ਸਹਿ ਬਿਨ ਘਟ ਨਾ ਕੋਏ। ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਸ਼ਲੋਕ ਵਾਰਾਂ ਤੇ ਵਧੀਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ 22 ਵਾਰਾਂ ਨੇ, ਪੌੜੀ ਦੇ ਨਾਲ ਸ਼ਲੋਕ ਦਰਜ ਕੀਤੇ ਹਨ, ਜਿਹਦੇ ਵਿੱਚੋਂ ਕੁਝ ਕੁ ਸ਼ਲੋਕ ਜਿਹੜੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਲੋਕ ਵਾਰਾਂ ਤੇ ਵਧੀਕ ਦੇ ਹੇਠ ਦਰਜ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਲੋਕ, ਜਿਨ੍ਹਾਂ ਦਾ ਪਾਠ ਅੱਜ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1412 ਦੇ ਉੱਪਰ ਸੁਭਾਏਮਾਨ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਰੰਕਾਰ ਪਰਮੇਸ਼ਵਰ ਦੀ ਗੱਲ ਕਰਦੇ ਨੇ। ਸੰਸਾਰ ਦੇ ਅੰਦਰ ਵੇਖਾਂਗੇ ਤੇ ਹਰ ਧਰਮੀ ਪੁਰਸ਼ ਨਿਰੰਕਾਰ ਪਰਮੇਸ਼ਵਰ ਨੂੰ ਪਾਉਣਾ ਚਾਹੁੰਦਾ ਹੈ। ਹਰ ਕੋਈ ਆਪਣੇ ਵੱਲੋਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦਾ ਹੈ, ਪਰ ਉਸ ਪਰਮੇਸ਼ਵਰ ਨੂੰ ਪਾਇਆ ਕਿਸੇ ਕਿਸੇ ਨੇ ਹੈ। ਉਹਦੀ ਸਮਝ ਕਿਸੇ ਕਿਸੇ ਨੂੰ ਹੀ ਆਈ ਹੈ ਕਿ ਉਹ ਨਿਰੰਕਾਰ ਪਰਮੇਸ਼ਵਰ ਕੀ ਹੈ, ਉਹਦੀ ਹੋਂਦ ਕੀ ਹੈ, ਉਹ ਕਿੱਥੇ ਵਸਦਾ ਹੈ। ਔਰ ਇਹ ਸਾਰਾ ਬ੍ਰਹਿਮੰਡ, ਇਹ ਕੁਦਰਤ ਜਿਹੜੀ ਉਹਨੂੰ ਸਾਜੀ ਹੈ, ਉਸ ਕਰਤੇ ਨੇ ਇਸ ਕੁਦਰਤ ਨੂੰ ਸਾਂਝ ਕੇ ਆਪਣੀ ਜਗ੍ਹਾ ਜਿਹੜੀ ਹੈ ਉਹ ਕਿੱਥੇ ਬਣਾਈ ਹੈ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਹਰ ਧਰਮ ਹਰ ਵਰਗ ਦੇ ਪ੍ਰਾਣੀ ਕੋਲ ਜਾ ਕੇ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਸਭ ਤੋਂ ਪਹਿਲਾਂ ਤੇ ਅਕਾਲ ਪੁਰਖ ਪਰਮੇਸ਼ਵਰ ਇੱਕ ਓੰਕਾਰ, ਉਹ ਇੱਕ ਹੈ, ਉਹ ਦੋ ਨਹੀਂ, ਜਾਂ ਹਰ ਇੱਕ ਧਰਮ ਦਾ ਆਪਣਾ ਆਪਣਾ ਰੱਬ ਨਹੀਂ। ਪਰਮੇਸ਼ਵਰ ਇੱਕੋ ਹੀ ਹੈ। ਉਹ ਅਸੀਂ ਆਪਣੇ ਹੰਕਾਰ ਨਾਲ ਕਹਿ ਲਈਏ ਜਾਂ ਭਰਮ ਦੇ ਵਿੱਚ ਕਹਿ ਲਈਏ ਕਿ ਅਸੀਂ ਆਪਣਾ ਆਪਣਾ ਰੱਬ ਵੱਖਰਾ ਬਣਾ ਲਿਆ। ਔਰ ਇਹੀ ਕਾਰਨ ਸੀ ਕਿ ਅਸੀਂ ਧਰਮ ਦੇ ਰਾਹ ਉੱਤੇ ਤੁਰ ਤਾਂ ਪਏ, ਪਰ ਧਰਮ ਦੇ ਰਾਹ ਉੱਤੇ ਤੁਰ ਕੇ ਵੀ ਸਾਡੇ ਮਨਾਂ ਵਿੱਚੋਂ ਨਫ਼ਰਤ ਨਹੀਂ ਮੁੱਕੀ। ਸਾਡੇ ਮਨਾਂ ਦੇ ਵਿੱਚੋਂ ਈਰਖਾ ਜਿਹੜੀ ਸੀ ਉਹ ਨਹੀਂ ਖਤਮ ਹੋਈ।
ਔਰ ਇਹ ਧਰਮ ਦੇ ਨਾਂ ਉੱਤੇ ਅਸੀਂ ਜੋ ਕਤਲੇਆਮ ਕੀਤੇ, ਜੋ ਅਸੀਂ ਧਰਮ ਦੇ ਨਾਂ ਉੱਤੇ ਵੰਡੀਆਂ ਪਾ ਕੇ ਇਨਸਾਨ ਨੂੰ ਵੰਡਿਆ, ਉਹਦਾ ਕਾਰਨ ਹੀ ਇਹ ਸੀ ਕਿ ਅਸੀਂ ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ ਹਜੇ ਜਾਣਿਆ ਹੀ ਨਹੀਂ, ਹਜੇ ਉਹਨੂੰ ਸਮਝਿਆ ਹੀ ਨਹੀਂ ਹੈ। ਇਸ ਧਰਤੀ ਦੇ ਉੱਤੇ ਦੋ ਤਰ੍ਹਾਂ ਦੇ ਪ੍ਰਾਣੀ ਨੇ। ਇੱਕ ਉਹ ਨੇ ਜਿਨ੍ਹਾਂ ਨੇ ਨਹੀਂ ਸਮਝਿਆ, ਉਹਨਾਂ ਨੇ ਫਿਰ ਦੁਨੀਆ ਵਿੱਚ ਪਾਪ ਕਮਾਏ, ਉਹਨਾਂ ਨੇ ਦੁਨੀਆ ਦੇ ਅੰਦਰ ਬੁਰੇ ਮਾੜੇ ਕਰਮ ਕੀਤੇ, ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਔਰ ਇੱਕ ਉਹ ਸੀ ਜਿਨ੍ਹਾਂ ਨੇ ਉਸ ਕਰਤੇ ਨੂੰ, ਇਸ ਕੁਦਰਤ ਦੇ ਵਿੱਚ ਸਮਝ ਲਿਆ, ਤੇ ਜਿਹਨੇ ਕੁਦਰਤ ਦੇ ਵਿੱਚ ਕਰਤੇ ਨੂੰ ਸਮਝ ਲਿਆ, ਉਹਨੇ ਫਿਰ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਕਦੇ ਵੀ ਉਹਨੇ ਕਿਸੇ ਦਾ ਮਾੜਾ ਨਹੀਂ ਕੀਤਾ। ਫਿਰ ਉਹ ਹਮੇਸ਼ਾ ਆਪਣੇ ਅੰਦਰ ਭਲੇ ਦੀ ਭਾਵਨਾ ਰੱਖਦਾ ਹੈ ਕਿ ਮੈਂ ਹਰ ਇੱਕ ਦਾ ਭਲਾ ਹੀ ਮੇਰੇ ਕੋਲੋਂ ਹੋਵੇ, ਕਦੇ ਕਿਸੇ ਦਾ ਬੁਰਾ ਜਿਹੜਾ ਹੈ ਉਹ ਨਾ ਹੋਵੇ। ਪਰ ਇਹ ਕਿਹਨਾਂ ਨੂੰ ਸਮਝ ਆਈ? ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨੂੰ ਸਮਝ ਲਿਆ। ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਸ਼ੁਰੂਆਤ ਹੀ ਇੱਕ ਓੰਕਾਰ ਤੋਂ ਹੈ। ਇੱਕ ਓੰਕਾਰ ਨੂੰ ਹੀ ਅਸੀਂ ਸਮਝਣਾ ਹੈ। ਜਿੱਦਣ ਗੁਰਬਾਣੀ ਨੂੰ ਪੜ੍ਹਦਿਆਂ, ਸੁਣਦਿਆਂ, ਵਿਚਾਰਦਿਆਂ ਸਾਨੂੰ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਸੋਝੀ ਆ ਗਈ, ਸਮਝ ਆ ਗਈ, ਉਸ ਦਿਨ ਸਾਡਾ ਇਹ ਗੁਰਬਾਣੀ ਦੇ ਨਾਲ ਜੁੜਿਆ ਜੀਵਨ ਸਫਲ ਹੋ ਜਾਏਗਾ। ਔਰ ਕਿਸੇ ਦੇ ਪਰਥਾਏ ਸਾਡੇ ਮਨ ਵਿੱਚ ਨਫ਼ਰਤ ਰਹਿ ਨਹੀਂ ਜਾਏਗੀ, ਔਰ ਨਾ ਹੀ ਅਸੀਂ ਕਦੇ ਕਿਸੇ ਦਾ ਬੁਰਾ ਜਿਹੜਾ ਹੈ ਉਹ ਕਰ ਸਕਾਂਗੇ। ਕਰਨਾ ਤੇ ਦੂਰ ਦੀ ਗੱਲ, ਕਦੇ ਮਨ ਵਿੱਚ ਬੁਰਿਆਈ ਵਾਲਾ ਫੁਰਨਾ ਵੀ ਪੈਦਾ ਨਹੀਂ ਹੋਏਗਾ, ਜੇ ਸਾਨੂੰ ਇੱਕ ਅਕਾਲ ਪੁਰਖ ਦੀ ਸਮਝ ਆ ਜਾਏ। ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਹਰ ਧਰਮ ਵਰਗ ਦੇ ਪ੍ਰਾਣੀ ਦੇ ਕੋਲ ਜਾ ਕੇ ਸਮਝਾਉਣ ਦਾ ਯਤਨ ਕੀਤਾ ਕਿ ਧਰਮ ਦੇ ਨਾਮ ਤੇ ਵੰਡੀਆਂ ਨਾ ਪਾਓ। ਧਰਮ ਦੇ ਨਾਮ ਦੇ ਉੱਤੇ ਇਹ ਜਾਤ ਪਾਤ ਦਾ ਭਰਮ ਪਾ ਕੇ ਇਨਸਾਨ ਨੂੰ ਹੀ ਇਨਸਾਨ ਦੇ ਨਾਲ ਵੰਡਣ ਦਾ ਯਤਨ ਨਾ ਕਰੋ। ਇਹ ਉੱਚੀ ਜਾਤ ਦਾ ਹੈ ਤੇ ਇਹ ਨੀਵੀਂ ਜਾਤ ਦਾ ਹੈ, ਇਹ ਅਮੀਰ ਹੈ, ਇਹ ਗਰੀਬ ਹੈ, ਕਿਉਂਕਿ ਹਰ ਇੱਕ ਦੇ ਅੰਦਰ ਪਰਮੇਸ਼ਵਰ ਦਾ ਵਾਸ ਹੈ। ਭਾਵੇਂ ਉਹ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਉਹ ਕੋਈ ਰਾਜਾ ਹੈ, ਭਾਵੇਂ ਫਕੀਰ ਹੈ। ਜਿਨੇ ਵੀ ਇਸ ਧਰਤੀ ਉੱਪਰ ਜੀਵ ਨੇ, ਹਰ ਇੱਕ ਹਿਰਦੇ ਅੰਦਰ ਉਸ ਪਰਮੇਸ਼ਵਰ ਦਾ ਵਾਸਾ ਹੈ। ਤੇ ਜੇ ਪਰਮੇਸ਼ਵਰ ਨੇ ਜੀਵ ਪੈਦਾ ਕਰਕੇ ਵਿਤਕਰਾ ਨਹੀਂ ਕੀਤਾ, ਤੇ ਫਿਰ ਅਸੀਂ ਕੌਣ ਹੁੰਨੇ ਆ ਜੋ ਇਨਸਾਨ ਦੇ ਨਾਲ ਨਫ਼ਰਤ ਕਰਕੇ ਤੇ ਉਹਨੂੰ ਜਾਤ ਪਾਤ ਦੇ ਵਿੱਚ ਵੰਡ ਕੇ, ਅਮੀਰ ਤੇ ਗਰੀਬ ਵਿੱਚ ਉਹਨੂੰ ਵੰਡ ਕੇ ਵੱਖਰਾ ਵੱਖਰਾ ਕਰ ਦਈਏ। ਨਾਮ ਜ਼ਰੂਰ ਪਰਮੇਸ਼ਵਰ ਦਾ ਅਸੀਂ ਜਪ ਰਹੇ ਹਾਂ, ਪਰ ਸਾਨੂੰ ਉਹਦੀ ਸਮਝ ਨਹੀਂ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਉਹ ਅਕਾਲ ਪੁਰਖ ਪਰਮੇਸ਼ਵਰ, ਜਿਹਨੂੰ ਰੱਬ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ, ਉਹ ਹਰ ਇੱਕ ਦੇ ਹਿਰਦੇ ਦੇ ਅੰਦਰ ਵੱਸਦਾ ਹੈ। ਕੋਈ ਵੀ ਐਸਾ ਹਿਰਦਾ ਨਹੀਂ ਜਿਹਦੇ ਅੰਦਰ ਉਹ ਨਹੀਂ ਵੱਸਦਾ। ਜਿਹਨੂੰ ਸਮਝ ਆ ਗਈ ਉਹ ਮਾੜੇ ਕਰਮ, ਬੁਰੇ ਕਰਮ ਤੋਂ ਬਚ ਗਿਆ। ਜਿਹਨੂੰ ਨਹੀਂ ਸਮਝ ਆਈ ਉਹ ਫਿਰ ਔਰੰਗਜ਼ੇਬ ਦਾ ਰੂਪ ਧਾਰ ਗਿਆ, ਉਹ ਹਿਟਲਰ ਦਾ ਰੂਪ ਧਾਰ ਗਿਆ, ਉਹ ਬੜੇ ਬੜੇ ਹੰਕਾਰੀਆਂ ਦਾ ਰੂਪ ਧਾਰ ਕੇ ਪਰਮੇਸ਼ਵਰ ਦਾ ਸ਼ਰੀਕ ਬਣ ਗਿਆ। ਪਰ ਜਿਹਨੂੰ ਸਮਝ ਆ ਗਈ ਉਹ ਫਿਰ ਭਾਈ ਕਨ੍ਹਈਆ ਜੀ ਦਾ ਰੂਪ ਧਾਰ ਗਿਆ। ਉਹਨੇ ਭਾਈ ਕਨ੍ਹਈਏ ਦਾ ਰੂਪ ਜਿਹੜਾ ਆਪਣੇ ਜੀਵਨ ਅੰਦਰ ਬਣਾ ਲਿਆ ਕਿ ਦੁਸ਼ਮਣ ਵੀ ਆ ਗਿਆ ਤੇ ਉਹਨੂੰ ਵੀ ਪਾਣੀ ਪਿਆਉਣਾ। ਜੇ ਉਹ ਪਿਆਸਾ ਹੈ ਤਾਂ ਉਹਨੂੰ ਵੀ ਪਾਣੀ ਦਾ ਘੁੱਟ ਪਿਆਉਣਾ। ਜੇ ਦੁਸ਼ਮਣ ਨੂੰ ਵੀ ਭੁੱਖ ਲੱਗੀ ਹੈ ਤਾਂ ਉਹਨੂੰ ਵੀ ਪੇਟ ਭਰਨ ਵਾਸਤੇ ਭੋਜਨ ਦੇ ਦੇਣਾ। ਪਰ ਜੇ ਨਹੀਂ ਸਮਝ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ, ਫਿਰ ਆਪਣਿਆਂ ਨੂੰ ਵੀ ਪਾਣੀ ਦਾ ਘੁੱਟ ਪਿਆਉਣਾ ਔਖਾ ਹੋ ਜਾਂਦਾ ਹੈ। ਆਪਣੇ ਜਿਹੜੇ ਸਕੇ ਨੇ, ਜਿਨ੍ਹਾਂ ਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਹੈ,
ਜਿਨ੍ਹਾਂ ਆਪਣੇ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਇੱਕ ਭੋਜਨ ਦਾ ਟੁਕੜਾ ਵੀ ਖਵਾਉਣਾ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਹੈ। ਪਰ ਜਿਹਨੂੰ ਸਮਝ ਆ ਗਈ ਉਹ ਦੁਸ਼ਮਣ ਨੂੰ ਵੀ ਕਹਿੰਦਾ ਜੇ ਪਿਆਸਾ ਹੈ ਤੇ ਪਾਣੀ ਪੀ ਕੇ ਜਾਈਂ, ਜੇ ਭੁੱਖਾ ਹੈ ਤੇ ਭੋਜਨ ਛਕ ਕੇ ਜਾਈਂ। ਨਹੀਂ ਸਮਝ ਆਈ ਤਾਂ ਆਪਣੇ ਵੀ ਭਾਵੇਂ ਪਿਆਸੇ ਤੜਪਦੇ ਰਹਿਣ। ਇਹ ਦੋ ਗੱਲਾਂ ਗੁਰਬਾਣੀ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਕਿ ਜਿਹੜੇ ਦੁਹਾਗਣ ਦਾ ਰੂਪ ਧਾਰ ਗਏ ਉਹਨਾਂ ਨੂੰ ਇੱਕ ਅਕਾਲ ਪੁਰਖ ਸ਼ਉ ਪਰਮੇਸ਼ਵਰ ਦੀ ਸਮਝ ਨਹੀਂ ਆਈ, ਤੇ ਜਿਹੜੇ ਸੁਹਾਗਣ ਦਾ ਰੂਪ ਜਿਨ੍ਹਾਂ ਨੇ ਬਣਾ ਲਿਆ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿੱਚ ਇੱਕ ਸ਼ਉ ਪਰਮੇਸ਼ਵਰ ਪਰਮਾਤਮਾ ਦੀ ਸਮਝ ਆ ਗਈ। ਹੁਣ ਜਿਨ੍ਹਾਂ ਨੂੰ ਸਮਝ ਆਈ ਉਹ ਕਿਸ ਤਰ੍ਹਾਂ ਆਈ? ਉਹ ਸਤਿਗੁਰੂ ਜੀ ਦੀ ਸੰਗਤ ਦੇ ਵਿੱਚ ਆ ਕੇ, ਕਿਉਂਕਿ ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਇਹ ਸਮਝਾਉਂਦੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੈ। ਸਾਰਾ ਜਗਤ ਹੀ ਪਰਮੇਸ਼ਵਰ ਦੇ ਨਾਮ ਨੂੰ ਧਿਆਰਿਆ। ਸਾਰੇ ਜਗਤ ਵਿੱਚ ਵੇਖੋਗੇ ਸਾਰੇ ਹੀ ਪਰਮੇਸ਼ਵਰ ਦੇ ਨਾਮ ਨਾਲ ਜੁੜੇ ਨੇ, ਪਰ ਹਕੀਕਤ ਇਹ ਵੀ ਰਾਮ ਪਾਇਆ ਹੀ ਨਹੀਂ ਕਿਸੇ ਨੇ। ਮੁਖ ਤੋਂ ਉਹਦਾ ਨਾਮ ਉਚਾਰਨ ਕਰਨਾ, ਮੁਖ ਤੋਂ ਉਹਦੇ ਨਾਮ ਦਾ ਸਿਮਰਨ ਕਰਨਾ ਸੌਖਾ ਹੈ, ਪਰ ਉਹਦੇ ਨਾਮ ਦਾ ਅਭਿਆਸੀ ਬਣ ਕੇ ਉਹਨੂੰ ਸਮਝਣਾ ਔਖਾ ਹੈ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨ ਪਾਇਆ ਜਾਏ। ਜਿਵੇਂ ਅਸੀਂ ਪਾਉਣਾ ਚਾਹੁੰਦੇ ਹਾਂ ਇਸ ਤਰ੍ਹਾਂ ਉਹਨੇ ਮਿਲਣਾ ਨਹੀਂ। ਉਹਦੀ ਪ੍ਰਾਪਤੀ ਜਿਹੜੀ ਹੈ ਉਹ ਨਫ਼ਰਤ ਔਰ ਈਰਖਾ ਦੇ ਵਿੱਚ ਰਹਿ ਕੇ ਨਹੀਂ ਪ੍ਰਾਪਤੀ ਹੋ ਸਕਦੀ। ਔਰ ਸਤਿਗੁਰੂ ਮਹਾਰਾਜ ਜੀ ਸੰਗਤ ਵਿੱਚ ਸਭ ਤੋਂ ਪਹਿਲਾਂ ਇਹੀ ਸਾਡੇ ਤੇ ਰਹਿਮਤ ਵਰਤਾਉਂਦੇ ਨੇ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ, ਹਮ ਕੋ ਬਨ ਆਈ। ਉੱਥੇ ਫਿਰ ਨਾ ਕੋ ਵੈਰੀ ਨਹੀਂ ਬੇਗਾਨੇ ਵਾਲੀ ਅਵਸਥਾ ਬਣਦੀ ਹੈ, ਪਰ ਸੰਸਾਰ ਦੇ ਵਿੱਚ ਝਾਤ ਮਾਰ ਕੇ ਵੇਖੀਏ ਤਾਂ ਆਪਣੇ ਵੀ ਜਿਹੜੇ ਨੇ ਉਹ ਪਰਾਏ ਹੋ ਚੁੱਕੇ ਨੇ, ਆਪਣੇ ਵੀ ਜਿਹੜੇ ਨੇ ਉਹ ਦੁਸ਼ਮਣ ਬਣ ਕੇ ਬੈਠੇ ਨੇ, ਆਪਣੇ ਵੀ ਜਿਹੜੇ ਨੇ ਉਹ ਵੈਰੀ ਬਣ ਕੇ ਬੈਠੇ ਨੇ। ਮਨਾਂ ਦੇ ਵਿੱਚ ਨਫ਼ਰਤ ਭਰੀ ਪਈ ਹੈ। ਇਸ ਸੰਸਾਰ ਦੇ ਅੰਦਰ ਵੇਖਾਂਗੇ ਤੇ ਧਰਮ ਦੀ ਦੁਨੀਆ ਵਿੱਚ ਕਿੰਨੇ ਧਰਮੀ ਨੇ, ਪਰ ਜਿੰਨੇ ਦੇਖਾਂਗੇ ਉਨਾ ਹੰਕਾਰ ਵੀ ਹੈ, ਈਰਖਾ ਵੀ ਹੈ, ਨਫ਼ਰਤ ਵੀ ਉਨੀ ਭਰੀ ਹੋਈ ਹੈ। ਇਹਦਾ ਮਤਲਬ ਅਸੀਂ ਸਾਰੇ ਹੀ ਪਰਮੇਸ਼ਵਰ ਦਾ ਨਾਮ ਸਿਮਰਤਾ ਰਹੇ ਹਾਂ, ਪਰ ਉਸ ਰਾਮ ਨੂੰ ਪਾਇਆ ਕਿਵੇਂ ਹੈ, ਉਹਦੀ ਸਮਝ ਕਿਨੂੰ ਆਈ ਹੈ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਰਾਹੀਂ ਸਮਝਾਉਣ ਦਾ ਯਤਨ ਕੀਤਾ। ਜਦੋਂ ਇਹ ਗੱਲਾਂ ਸਾਨੂੰ ਸਮਝ ਵਿੱਚ ਆ ਗਈਆਂ, ਅਸੀਂ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਾਂਗੇ। ਸਾਡੇ ਤੋਂ ਕਦੀ ਕਿਸੇ ਦਾ ਮਾੜਾ ਹੋ ਹੀ ਨਹੀਂ ਸਕੇਗਾ। ਹਾਂ, ਅਸੀਂ ਬੁਰੇ ਦਾ ਵੀ ਭਲਾ ਹੀ ਜਿਹੜਾ ਹੈ ਉਹ ਕਰਾਂਗੇ, ਫਿਰ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕਰ ਸਕਦੇ। ਕਿਉਂਕਿ ਜਦੋਂ ਸਮਝ ਆਈ ਤੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਹਿ ਦਿੱਤਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨ ਹਟਾਏ, ਦੇਹੀ ਰੋਗ ਨ ਲੱਗਈ ਪੱਲੇ, ਸਭ ਕਿਛ ਪਾਏ। ਤੂੰ ਆਪਣੇ ਵੱਲੋਂ ਭਲਾ ਕਰਨ ਦਾ ਯਤਨ ਕਰ, ਸਾਹਮਣੇ ਵਾਲਾ ਲੱਖ ਭਾਵੇਂ ਤੇਰੇ ਨਾਲ ਬੁਰਾ ਕਰੇ, ਪਰ ਔਖਾ ਹੈ। ਕਹਿਣਾ ਸੁਣਨਾ ਬੜਾ ਸੌਖਾ ਹੈ, ਪਰ ਇਸ ਅਵਸਥਾ ਦੇ ਵਿੱਚ ਆ ਕੇ ਜਿਉਣਾ ਬੜਾ ਔਖਾ ਹੈ। ਅੰਮ੍ਰਿਤ ਬਾਣੀ ਦੇ ਵਿੱਚ ਸ਼ੁਰੂਆਤ ਵਿੱਚ ਹੀ ਸਾਨੂੰ ਇੱਕ ਗੱਲ ਸਮਝਾ ਦਿੱਤੀ ਕਿ ਇੱਕ ਓੰਕਾਰ ਪਰਮੇਸ਼ਵਰ ਇੱਕ ਹੈ, ਉਹਦਾ ਨਾਮ ਸੱਚਾ ਹੈ, ਉਹ ਸਾਰੇ ਸੰਸਾਰ ਦਾ ਕਰਤਾ ਹੈ, ਔਰ ਸਾਰੇ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕਰਕੇ ਉਹ ਹਰ ਇੱਕ ਦੇ ਅੰਦਰ ਹਿਰਦੇ ਵਿੱਚ ਸਮਾਇਆ ਹੋਇਆ ਹੈ। ਬਸ ਉਹਨੂੰ ਪ੍ਰੇਮਾ ਭਗਤੀ ਦਾ ਜਾਗ ਲਾ ਕੇ ਪ੍ਰਾਪਤ ਕਰਨਾ ਹੈ, ਪ੍ਰਗਟ ਕਰਨਾ। ਦੁੱਧ ਦੇ ਵਿੱਚ ਮੱਖਣ ਹੁੰਦਾ ਹੈ, ਹੁਣ ਉਸ ਦੁੱਧ ਵਿੱਚੋਂ ਦੀ ਮੱਖਣ ਨੂੰ ਪ੍ਰਾਪਤ ਕਰਨ ਲਈ ਸਾਨੂੰ ਉਹਨੂੰ ਪ੍ਰਗਟ ਕਰਨਾ ਪੈਣਾ ਹੈ। ਤੇ ਵਿੱਚ ਹੀ ਹੈ, ਪਰ ਉਹਨੂੰ ਪ੍ਰਗਟ ਕਰਨਾ ਪਏਗਾ। ਜਦੋਂ ਉਹ ਪ੍ਰਗਟ ਹੋ ਜਾਏਗਾ ਤੇ ਦੁੱਧ ਵੱਖਰਾ ਹੋ ਜਾਏਗਾ, ਮੱਖਣ ਵੱਖਰਾ ਹੋ ਜਾਏਗਾ।
ਪਰ ਉਹਨੂੰ ਪ੍ਰਗਟ ਕਰਨ ਵਾਸਤੇ ਕੀ ਕਰਨਾ ਪਏਗਾ? ਪ੍ਰੇਮਾ ਭਗਤੀ ਦਾ ਜਾਗ ਲਾਉਣਾ ਪੈਣਾ ਹੈ। ਅਸੀਂ ਜਦੋਂ ਦੁੱਧ ਨੂੰ ਜਾਗ ਲਾਵਾਂਗੇ ਤਾਂ ਜਾ ਕੇ ਰਿੜਕਾਂਗੇ ਤੇ ਫਿਰ ਉਹਦੇ ਵਿੱਚੋਂ ਮੱਖਣ ਦੀ ਪ੍ਰਾਪਤੀ ਹੈ। ਸਾਡੇ ਅੰਦਰ ਪ੍ਰੇਮਾ ਭਗਤੀ ਦਾ ਜਾਗ ਲੱਗੇਗਾ ਤੇ ਜਦੋਂ ਅਸੀਂ ਉਹਦੇ ਨਾਮ ਦੇ ਅਭਿਆਸ ਨਾਲ ਅੰਦਰੋਂ ਰਿੜਕਣ ਦਾ ਯਤਨ ਕਰਾਂਗੇ ਤਾਂ ਸਾਨੂੰ ਉਹ ਮੱਖਣ ਰੂਪੀ ਤੱਤ ਦੀ ਪ੍ਰਾਪਤੀ ਹੋਣੀ ਹੈ। ਹੁਣ ਅਭਿਆਸ ਤਾਂ ਹੋ ਰਿਹਾ ਹੈ, ਪਰ ਹੋ ਰਿਹਾ ਨਫ਼ਰਤ ਨਾਲ ਭਰਿਆ, ਈਰਖਾ ਨਾਲ ਭਰਿਆ, ਹੰਕਾਰ ਦੇ ਨਾਲ ਭਰਿਆ ਹੋ ਤਾਂ ਰਿਹਾ, ਕੋਈ ਸ਼ੱਕ ਨਹੀਂ ਹੈ। ਦੁਨੀਆ ਅੰਦਰ ਵੇਖੋ ਤੁਸੀਂ, ਹਰ ਥਾਂ ਉੱਤੇ ਪਰਮੇਸ਼ਵਰ ਦਾ ਨਾਮ ਆਪਣੇ ਆਪਣੇ ਤਰੀਕੇ ਨਾਲ, ਆਪਣੀ ਆਪਣੀ ਬੋਲੀ ਨਾਲ, ਆਪਣੀ ਆਪਣੀ ਭਾਸ਼ਾ ਦੇ ਨਾਲ ਪਰਮੇਸ਼ਵਰ ਦਾ ਨਾਮ ਸਿਮਰਿਆ ਜਾ ਰਿਹਾ ਹੈ। ਕੋਈ ਉਹਨੂੰ ਅੱਲਾਹ ਦੇ ਰੂਪ ਵਿੱਚ ਚੇਤੇ ਕਰ ਰਿਹਾ ਹੈ, ਕੋਈ ਉਹਨੂੰ ਵਾਹਿਗੁਰੂ ਦੇ ਰੂਪ ਵਿੱਚ ਚੇਤੇ ਕਰ ਰਿਹਾ, ਕੋਈ ਉਹਨੂੰ ਰਾਮ ਦੇ ਰੂਪ ਵਿੱਚ ਚੇਤੇ ਕਰ ਰਿਹਾ, ਕੋਈ ਉਹਨੂੰ ਗੌਡ ਦੇ ਰੂਪ ਵਿੱਚ ਚੇਤੇ ਕਰ ਰਿਹਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਰਾਮ ਦੇ ਕੋਈ ਖੁਦਾ ਦੇ ਰੂਪ ਵਿੱਚ ਚੇਤੇ ਕਰ ਰਿਹਾ, ਕੋਈ ਉਰਦੂ ਵਿੱਚ ਬੋਲ ਕੇ ਚੇਤੇ ਕਰ ਰਿਹਾ ਤੇ ਕੋਈ ਇੰਗਲਿਸ਼ ਵਿੱਚ ਬੋਲ ਕੇ ਤੇ ਕੋਈ ਗੁਰਮੁਖੀ ਅੱਖਰਾਂ ਵਿੱਚ ਬੋਲ ਕੇ। ਜਿੰਨੀਆਂ ਵੀ ਭਾਸ਼ਾਵਾਂ ਨੇ ਇਸ ਸੰਸਾਰ ਦੇ ਅੰਦਰ, ਹਰ ਭਾਸ਼ਾ ਦੇ ਵਿੱਚ ਉਹਨੂੰ ਆਪਣੀ ਆਪਣੀ ਬੋਲੀ ਅਨੁਸਾਰ ਹਰ ਕੋਈ ਸਿਮਰ ਰਿਹਾ ਹੈ। ਪਰ ਜਦੋਂ ਅਸੀਂ ਵੇਖਾਂਗੇ ਕਿ ਸਿਮਰ ਸਾਰੇ ਹੀ ਰਹੇ ਨੇ ਉਹਨੂੰ, ਪਰ ਉਹਦੀ ਪ੍ਰਾਪਤੀ ਕਿਸੇ ਵਿਰਲੇ ਵਿਰਲੇ ਨੂੰ ਹੋ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਸਿਮਰਿਆ ਤਾਂ ਜਾ ਰਿਹਾ ਹੈ, ਪਰ ਅੰਦਰ ਹੰਕਾਰ ਰੱਖ ਕੇ। ਉਹਦੇ ਨਾਮ ਦਾ ਸਿਮਰਨ ਤਾਂ ਹੋ ਰਿਹਾ ਹੈ, ਪਰ ਮਨ ਦੇ ਵਿੱਚ ਈਰਖਾ ਰੱਖ ਕੇ। ਉਹਦੇ ਨਾਮ ਦਾ ਸਿਮਰਨ ਤਾਂ ਹੋ ਰਿਹਾ ਹੈ, ਪਰ ਮਨ ਦੇ ਵਿੱਚ ਨਫ਼ਰਤ, ਊਚ ਨੀਚਤਾ ਦਾ ਮਤ ਭੇਦ ਰੱਖ ਕੇ, ਗਰੀਬੀ ਅਮੀਰੀ ਦਾ ਫਰਕ ਰੱਖ ਕੇ ਉਹਨੂੰ ਸਿਮਰਿਆ ਜਾ ਰਿਹਾ। ਇਹੀ ਕਾਰਨ ਸੀ ਕਿ ਮਹਾਰਾਜ ਕਹਿੰਦੇ ਰਾਮ ਨਾ ਪਾਇਆ ਜਾਏ। ਇਦਾਂ ਨਹੀਂ ਉਹਨੂੰ ਪਾਇਆ ਜਾਣਾ। ਉਹਨੂੰ ਪਾਉਣ ਵਾਸਤੇ ਤੁਹਾਨੂੰ ਪ੍ਰੇਮ ਦੀ ਅਵਸਥਾ, ਪ੍ਰੇਮ ਦਾ ਮਤਲਬ ਮੈਂ ਨੂੰ ਪਰੇ ਕਰਨਾ ਪੈਣਾ ਹੈ। ਰਾਤਵੀਂ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਚੱਲਦਾ ਇਸ ਅਸਥਾਨ ਤੇ। ਜਿਨ੍ਹਾਂ ਨੇ ਸਰਵਣ ਕੀਤਾ ਹੋਏਗਾ, ਰਾਤ ਇੱਕ ਗੱਲ ਦਾ ਜ਼ਿਕਰ ਕੀਤਾ ਸੀ ਕਿ ਦੇਖੋ ਹੈਰਾਨੀ ਵਾਲੀ ਗੱਲ ਕਿ ਸਾਡੀ ਜਿੰਦ ਜਿਹਨੇ ਸੁਹਾਗਣ ਬਣਨਾ ਹੈ, ਜਿਹੜੀ ਸਾਡੇ ਅੰਦਰ ਦੀ ਜਿੰਦ ਹੈ ਉਹਨੇ ਸੁਹਾਗਣ ਬਣਨਾ ਹੈ, ਉਹ ਵੀ ਸਾਡੇ ਹਿਰਦੇ ਵਿੱਚ ਹੈ ਤੇ ਜਿਹੜਾ ਉਹਦਾ ਸ਼ੌ ਪਤੀ ਹੈ ਉਹ ਵੀ ਹਿਰਦੇ ਵਿੱਚ ਹੀ ਹੈ। ਹੁਣ ਹਿਰਦੇ ਦੇ ਵਿੱਚ ਕਿੱਥੇ ਹੈ? ਜਿੱਥੇ ਸਾਡਾ ਦਿਲ ਜਿਹੜਾ ਉਹ ਧੜਕਦਾ। ਹੁਣ ਸ਼ੌ ਵੀ ਦਿਲ ਵਿੱਚ ਹੀ ਵਸਦਾ ਹੈ ਤੇ ਜਿੰਦ ਵੀ ਸਾਡੀ ਜਿਹੜੀ ਆ ਉਹ ਦਿਲ ਵਿੱਚ ਵਸਦੀ ਹੈ। ਇੰਨੇ ਨੇੜੇ ਹੋਣ ਦੇ ਬਾਵਜੂਦ ਵੀ ਆਪਸ ਦੇ ਵਿੱਚ ਮਿਲਾਪ ਨਹੀਂ ਹੋ ਰਿਹਾ। ਦਿਲ ਦੇ ਅੰਦਰ ਹੀ ਪਰਮੇਸ਼ਵਰ ਵਸਦਾ, ਜਿਹੜਾ ਸਾਡਾ ਸ਼ੌ, ਸਾਡਾ ਪਤੀ ਹੈ। ਔਰ ਜਿਹੜੀ ਇਹਦੀ ਜੀਵ ਇਸਤਰੀ, ਸਾਡੀ ਜਿਹੜੀ ਜਿੰਦ ਹੈ, ਉਹਨੇ ਸੁਹਾਗਣ ਬਣ ਕੇ ਇਸ ਨਾਲ ਜੁੜਨਾ ਤੇ ਉਹ ਵੀ ਸਾਡੇ ਦਿਲ ਵਿੱਚ ਹੀ ਵਸਦੀ ਹੈ। ਦੋਵੇਂ ਇੱਕੋ ਹੀ ਥਾਂ ਵਸਦੇ ਨੇ, ਪਰ ਦੋਵਾਂ ਦਾ ਆਪਸ ਦੇ ਵਿੱਚ ਮੇਲ ਨਹੀਂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਹੰਕਾਰ ਖੜਾ ਹੈ। रुकावट किथे है? रुकावट है हंकार। जब हम होते तब तू नहीं, अब तू ही मैं नहीं। वो जिहड़ा मैं है ना, मैं ਉਹਨੂੰ ਅਸੀਂ ਦੂਰ ਕਰਨਾ ਹੈ। ਪ੍ਰੇਮ ਮੈਂ ਨੂੰ ਪਰੇ ਕਰਨਾ ਹੈ। ਹੁਣ ਉਹ ਕਿਵੇਂ ਹੰਕਾਰ ਕਿਵੇਂ ਦੂਰ ਹੋਏਗਾ? ਮਨ ਦੇ ਰਾਹੀਂ। ਮਨ ਹੰਕਾਰ, ਈਰਖਾ, ਨਫ਼ਰਤ ਨਾਲ ਭਰਿਆ ਪਿਆ। ਉਹਨੇ ਅੰਦਰੋਂ ਜਦੋਂ ਉਹ ਦੂਰ ਹੋਏਗਾ, ਰੁਕਾਵਟ ਦੂਰ ਹੋ ਜਾਏਗੀ। ਜਦੋਂ ਇਹ ਰੁਕਾਵਟ ਦੂਰ ਹੋ ਗਈ ਤੇ ਸਾਡੀ ਜਿੰਦ ਨੇ ਸ਼ੌ ਪਰਮੇਸ਼ਵਰ ਦੇ ਨਾਲ ਮਿਲਾਪ ਕਰ ਲੈਣਾ। ਪਰ ਉਹਦੇ ਵਾਸਤੇ ਸਾਨੂੰ ਗੁਰੂ ਦਾ ਗਿਆਨ ਚਾਹੀਦਾ ਹੈ। ਉਹਦੇ ਲਈ ਸਾਨੂੰ ਗੁਰਬਾਣੀ ਦਾ ਅਭਿਆਸ ਚਾਹੀਦਾ ਹੈ। ਅਸੀਂ ਬਾਹਰ ਦੇ ਕਾਰਜ ਰਾਸ ਕਰਨ ਲਈ ਹੀ ਗੁਰਬਾਣੀ ਦਾ ਆਸਰਾ ਲੈ ਕੇ ਬੈਠੇ ਹਾਂ ਤੇ ਬਾਹਰ ਦੇ ਕਾਰਜਾਂ ਵਾਸਤੇ ਹੀ ਗੁਰਬਾਣੀ ਨਾਲ ਜੁੜੇ ਹਾਂ। ਪਰ ਅਸਲ ਵਿੱਚ ਸਾਡਾ ਕਾਰਜ ਜਿਹੜਾ ਸੀ ਉਹ ਸੀ ਕਿ ਅਸੀਂ ਜਿੰਦ ਕਰਕੇ ਪ੍ਰਭੂ ਤੋਂ ਵਿਛੜੇ ਹਾਂ। ਕਿਤੇ ਸੁਹਾਗਣ ਬਣ ਕੇ ਸ਼ੌ ਨਾਲ ਜੁੜਿਆ ਜਾਏ। ਇਹ ਗੁਰਬਾਣੀ ਦਾ ਅਭਿਆਸ ਇਸ ਵਾਸਤੇ ਸੀ।
ਕਿ ਅੰਦਰ ਜਿਹੜੀ ਰੁਕਾਵਟ ਹੈ ਈਰਖਾ ਨਫ਼ਰਤ ਹੰਕਾਰ ਕਰਕੇ ਉਹਨੂੰ ਦੂਰ ਕੀਤਾ ਜਾ ਸਕੇ। ਅਸੀਂ ਨਹੀਂ ਸਮਝ ਆਈ ਤੇ ਬਾਹਰੋਂ ਯਤਨ ਬੜੇ ਕਰ ਲਏ, ਉਪਾਅ ਬੜੇ ਕਰ ਲਏ, ਤਰੀਕੇ ਬੜੇ ਅਪਣਾ ਲਏ। ਕੋਈ ਕਹਿੰਦਾ ਕੰਨਾਂ 'ਚ ਮੁੰਦਰਾਂ ਪਾ ਲਓ ਰੱਬ ਮਿਲ ਜਾਏਗਾ, ਕੋਈ ਕਹਿੰਦਾ ਵੀ ਫਲਾਣੇ ਫਲਾਣੇ ਦਿਨ ਦਾ ਵਰਤ ਰੱਖ ਲਓ ਭੁੱਖੇ ਰਹਿ ਕੇ ਰੱਬ ਮਿਲ ਜਾਏਗਾ, ਕੋਈ ਕਹਿੰਦਾ ਤੁਸੀਂ ਆਹ ਹਵਨ ਕਰ ਲਓ, ਯੱਗ ਕਰ ਲਓ, ਇਹ ਕਰ ਲਓ, ਉਹ ਕਰ ਲਓ, ਤੁਸੀਂ ਫਲਾਣੇ ਤੀਰਥ ਤੇ ਚਲੇ ਜਾਓ, ਫਲਾਣੇ ਪਹਾੜ ਦੀ ਚੋਟੀ ਤੇ ਚਲੇ ਜਾਓ, ਕੋਈ ਕਹਿੰਦਾ ਜੰਗਲ ਵਿੱਚ ਚਲੇ ਜਾਓ। ਇਹ ਬਾਹਰੋਂ, ਕਿਉਂਕਿ ਅੰਦਰ ਦੀ ਸੋਝੀ ਨਹੀਂ ਸੀ, ਅੰਦਰ ਦਾ ਗਿਆਨ ਨਾ ਹੋਣ ਕਰਕੇ ਅਸੀਂ ਤਨ ਦੇ ਤਲ ਤੇ ਇਹ ਸਾਰੇ ਦੇ ਸਾਰੇ ਕਰਮ ਜਿਹੜੇ ਸੀ ਉਹ ਕੀਤੇ। ਤੇ ਜਿੰਨੇ ਅਸੀਂ ਕਰਮ ਕੀਤੇ, ਨਾ ਨਫ਼ਰਤ ਅੰਦਰ ਦੀ ਖਤਮ ਹੋਈ, ਨਾ ਹੰਕਾਰ ਅੰਦਰ ਦਾ ਖਤਮ ਹੋਇਆ। ਅਸੀਂ ਹਜ਼ਾਰਾਂ ਕਰਮ ਜਿਹੜੇ ਸੀ ਕਰ ਲਏ, ਪਰ ਪ੍ਰਭੂ ਦਾ ਮਿਲਣ ਮਿਲਾਪ ਤੇ ਹੋਇਆ ਨਹੀਂ। ਸਾਡੀ ਜਿੰਦ ਸੁਹਾਗਣ ਤਾਂ ਬਣ ਨਹੀਂ ਸਕੀ। ਉਹਦੇ ਅੰਦਰ ਸ਼ੁਭ ਗੁਣ ਜਿਹੜੇ ਸੀ ਉਹ ਤਾਂ ਅੰਦਰ ਆ ਨਾ ਸਕੇ, ਪ੍ਰਵੇਸ਼ ਨਾ ਕਰ ਸਕੇ। ਕਾਰਨ ਕੀ ਹੈ ਕਿ ਅਸੀਂ ਤਨ ਦੇ ਤਲ ਤੇ ਹੀ ਜੁੜੇ ਹੋਏ ਹਾਂ। ਤੇ ਗੁਰੂ ਸਾਹਿਬ ਨੇ ਬਾਰ-ਬਾਰ ਹਲੂਣਾ ਦਿੱਤਾ, ਕਹਿਣ ਲੱਗੇ ਬਹੁਤੀਆਂ ਰਾਵਾਂ ਤੇ ਬਹੁਤੇ ਕਰਮ ਕਰਨ ਵਾਲੇ ਪ੍ਰਾਣੀ। ਹੁਣ ਕਿਸੇ ਇੱਕ ਨੂੰ ਨਹੀਂ ਕਿਹਾ, ਸਾਰੀ ਦੁਨੀਆ ਦੇ ਜਿੰਨੇ ਵੀ ਮਨੁੱਖ ਨੇ ਸਾਰੇ ਪ੍ਰਾਣੀਆਂ ਨੂੰ ਕਹਿ ਰਹੇ ਨੇ, ਸਾਚ ਕਹੋ ਸੁਨ ਲਿਹੋ ਸਬਹਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਸ ਇੱਕੋ ਹੀ ਤਰੀਕਾ ਸੀ, ਅਸੀਂ ਇੱਕੋ ਹੀ ਜੁਗਤੀ ਅਪਣਾਉਣੀ ਸੀ, ਉਹ ਅਪਣਾਈ ਨਹੀਂ ਤੇ ਹਜ਼ਾਰਾਂ ਤਰੀਕੇ ਜੁਗਤੀਆਂ ਅਸੀਂ ਬਣਾ ਕੇ ਤੇ ਦੁਨੀਆ ਦੇ ਸਾਹਮਣੇ ਰੱਖ ਦਿੱਤੇ। ਦੁਨੀਆ ਉਸ ਮਗਰ ਹੀ ਤੁਰ ਪਈ ਤੇ ਜਿਹੜੇ ਜਿਹੜੇ ਤੁਰੇ ਉਹ ਆਪਣੀ ਜ਼ਿੰਦਗੀ ਦਾ ਸਮਾਂ ਬੇਅਰਥ ਗਵਾ ਕੇ ਤੇ ਹਾਰ ਕੇ ਫਿਰ ਥੱਕ ਕੇ ਬਹਿ ਗਏ ਤੇ ਆਖਿਆ ਮਹਾਰਾਜ ਜੀ ਨਹੀਂ ਗੱਲ ਨਹੀਂ ਬਣਦੀ, ਨਾ ਭੁੱਖਿਆਂ ਰਹਿਣ ਨਾਲ ਗੱਲ ਬਣਦੀ ਹੈ ਤੇ ਨਾ ਪਹਾੜਾਂ ਦੀ ਚੋਟੀ ਤੇ ਜਾ ਕੇ ਗੱਲ ਬਣਦੀ ਹੈ, ਨਾ ਤੀਰਥਾਂ ਦੇ ਕੰਢੇ ਤੇ ਬਹਿ ਕੇ ਗੱਲ ਬਣਦੀ ਹੈ, ਨਾ ਇਹ ਧਾਗੇ ਤਵੀਤਾਂ ਨਾਲ ਗੱਲ ਬਣਦੀ ਹੈ ਤੇ ਨਾ ਜੰਗਲ ਵਿੱਚ ਬੈਠ ਕੇ ਗੱਲ ਬਣਦੀ ਹੈ, ਨਾ ਇਹ ਸਵਾਸ ਉੱਤੇ ਚੜਾ ਕੇ ਤੇ ਨਾ ਸਵਾਸ ਰੋਕ ਕੇ ਤੇ ਨਾ ਜਿਹੜਾ ਉਹ ਸਵਾਸਾਂ ਨੂੰ ਲੰਬੇਰਾ ਕਰਕੇ ਗੱਲ ਬਣਦੀ ਹੈ। ਬੜੇ ਯਤਨ ਕੀਤੇ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਕੀ ਨਹੀਂ ਕੀਤਾ? ਜਿੱਦਾਂ ਕਿਸੇ ਨੇ ਕਿਹਾ ਉਸੇ ਤਰ੍ਹਾਂ ਦੇ ਕਰਮ ਅਸੀਂ ਕੀਤੇ, ਪਰ ਨਾ ਅੰਦਰ ਦੀ ਨਫ਼ਰਤ ਤੇ ਈਰਖਾ ਹੰਕਾਰ ਮੁੱਕਿਆ। ਜਿਨ੍ਹਾਂ ਕਰਕੇ ਮੁੱਕਣਾ ਸੀ ਉਹ ਤੇ ਅੰਦਰੋਂ ਨਿਕਲ ਨਹੀਂ ਸਕੇ। ਉਹ ਅੰਦਰੋਂ ਜਿਹੜੀ ਸੀ ਜਿਹਦੇ ਕਰਕੇ ਨਫ਼ਰਤ ਈਰਖਾ ਪੈਦਾ ਹੋ ਰਹੀ ਸੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਤੋਂ ਤਾਂ ਛੁਟਕਾਰਾ ਹੋਇਆ ਹੀ ਨਹੀਂ। ਕੀ ਨਹੀਂ ਕੀਤਾ? ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਦਕ, ਅਹੰਗ ਬੁੱਧ ਬਾਦੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਇਸ ਤਰੀਕੇ ਦੇ ਨਾਲ ਇਹ ਮਿਲਣ ਜਿਹੜਾ ਸੀ ਨਹੀਂ ਹੋਇਆ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਬਵੇਕਾ। ਮੈਂ ਅਨੇਕਾਂ ਕਰਮ ਕੀਤੇ ਨੇ ਪਰ ਸੁਹਾਗਣ ਵਾਲਾ ਰੂਪ ਨਹੀਂ ਬਣ ਸਕਿਆ। ਸੁਹਾਗਣ ਬਣ ਕੇ ਸ਼ੌਹ ਦੀ ਪ੍ਰਾਪਤੀ ਨਹੀਂ ਹੋ ਸਕੀ। ਤੇ ਗੁਰੂ ਸਾਹਿਬ ਕਿੰਨਾ ਪਰ ਉਪਕਾਰ ਕਰਦੇ ਨੇ, ਸਾਨੂੰ ਆਵਾਜ਼ਾਂ ਮਾਰ-ਮਾਰ ਕੇ ਸਮਝਾਉਂਦੇ ਨੇ ਵੀ ਇਹ ਰਸਤਾ ਛੱਡ ਦੇ, ਤੇਰੇ ਲਈ ਇਹ ਰਸਤਾ ਗਲਤ ਹੈ। ਪਰ ਦੁਨੀਆ ਦੀ ਹਾਲਤ ਇਹ ਹੈ ਨਾ ਵੀ ਕਿਸੇ ਨੂੰ ਤੁਸੀਂ ਕਿਸੇ ਦੇ ਭਲੇ ਲਈ ਸਮਝਾਓ, ਉਹ ਉਲਟਾ ਸਮਝ ਲੈਂਦਾ ਵੀ ਮੇਰੇ ਬੁਰੇ ਵਾਸਤੇ ਹੈ। ਕਿਸੇ ਦੇ ਭਲੇ ਲਈ ਤੁਸੀਂ ਸਮਝਾਓਗੇ, ਉਹ ਉਲਟਾ ਤੁਹਾਡੇ ਗਲ ਪਏਗਾ। ਉਹ ਕਹੇਗਾ ਵੀ ਨਹੀਂ ਤੂੰ ਮੇਰੇ ਮਾੜੇ ਵਾਸਤੇ ਤੂੰ ਕਹਿ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੇ ਪਰ ਉਪਕਾਰ ਕੀਤਾ। ਕੋਈ ਜੰਗਲ ਵੱਲ ਨੂੰ ਜਾਂਦਾ ਸੀ ਤੇ ਗੁਰੂ ਸਾਹਿਬ ਆਵਾਜ਼ਾਂ ਮਾਰ-ਮਾਰ ਕੇ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ। ਕਿਉਂ ਜੰਗਲ ਵੱਲ ਨੂੰ ਤੂੰ ਜਾਣਾ? ਇਸ ਤਰ੍ਹਾਂ ਸੁਹਾਗਣ ਬਣ ਕੇ ਸ਼ੌਹ ਨੂੰ ਨਹੀਂ ਪਾਇਆ ਜਾਣਾ, ਇਦਾਂ ਤੇ ਤੂੰ ਦੁਹਾਗਣ ਹੋ ਜਾਣਾ। ਇਸ ਤਰ੍ਹਾਂ ਤਾਂ ਤੇਰੇ ਨੂੰ ਚੱਜ ਨਾ ਆਇਆ, ਤੂੰ ਕੁਚੱਜੀ ਹੋ ਜਾਣਾ। ਤੇ ਕੁਚੱਜੀ ਬਣ ਕੇ ਦੁਹਾਗਣ ਬਣ ਕੇ ਸ਼ੌਹ ਦੀਆਂ ਖੁਸ਼ੀਆਂ ਨਹੀਂ ਮਿਲ ਸਕਦੀਆਂ। ਜੇ ਉਸ ਸ਼ੌਹ ਨੂੰ ਪਾਉਣਾ, ਪਰਮੇਸ਼ਵਰ ਨੂੰ ਪਾਉਣਾ, ਤੇ ਉਹ ਤਾਂ ਤੇਰੇ ਅੰਦਰ ਹੈ, ਉਹ ਤਾਂ ਸਰਬ ਨਿਵਾਸੀ ਹੈ, ਉਹ ਤਾਂ ਸਾਰਿਆਂ ਦੇ ਅੰਦਰ ਵਸਦਾ ਹੈ।
ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ ਵਸਦਾ, ਪਰ ਤੂੰ ਦੁਹਾਗਣ ਬਣ ਕੇ ਜੰਗਲ ਵੱਲ ਨੂੰ ਨਾ ਜਾ। ਇਸ ਤਰ੍ਹਾਂ ਸੁਹਾਗਣ ਨਹੀਂ ਬਣਿਆ ਜਾਣਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਜਿਹੜਾ ਅਲੇਪ ਹੈ, ਸਾਰਿਆਂ ਦੇ ਵਿੱਚ ਵਸ ਕੇ ਵੀ ਕਿਸੇ ਦਾ ਲੇਪ ਉਹਦੇ ਉੱਤੇ ਨਹੀਂ ਉਹਦੇ ਤੇ ਲੱਗਦਾ, ਉਹ ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਤੇਰੇ ਅੰਦਰ ਵੀ ਵਸਦਾ ਹੈ। ਫਿਰ ਜੰਗਲ ਵਿੱਚ ਰੱਬ ਵੱਖਰਾ ਮਿਲਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਸੁਹਾਗਣ ਬਣਨ ਲਈ ਆਉਣਾ ਹੈ। ਦੁਹਾਗਣ ਵਾਲੇ ਅਵਗਣ ਤਾਂ ਸਾਨੂੰ ਦੁਨੀਆ 'ਚ ਬਹੁਤ ਮਿਲ ਜਾਣਗੇ। ਜਿਹੜੇ ਆਪਣੇ ਆਪ ਨੂੰ ਰੱਬ ਬਣਾ ਕੇ ਬੈਠੇ ਨੇ, ਆਪਣੀ ਪੂਜਾ ਆਪ ਕਰਵਾਉਂਦੇ ਪਏ ਨੇ, ਉਹਨਾਂ ਮਗਰ ਲੱਗ ਕੇ ਅਸੀਂ ਦੁਹਾਗਣ ਹੀ ਰਹਿ ਜਾਾਂਗੇ। ਤੇ ਸਾਹਿਬ ਕਹਿੰਦੇ ਇੱਕ ਥਾਂ ਤੇ ਆਓ ਜਿੱਥੇ ਗੁਰੂ ਨੇ ਤੁਹਾਨੂੰ ਆਪਣੇ ਨਾਲ ਨਹੀਂ, ਨਿਰੰਕਾਰ ਦੇ ਨਾਲ ਜੋੜਨਾ ਹੈ। ਜੇ ਸਾਡੀ ਨਜ਼ਰ ਕੰਮ ਨਹੀਂ ਕਰਦੀ ਪਈ, ਜੇ ਸਾਡੀ ਨਜ਼ਰ ਦੇ ਵਿੱਚ ਉਹ ਦ੍ਰਿਸ਼ਟੀ ਨਹੀਂ ਹੈ ਦੇਖਣ ਵਾਲੀ ਉਸ ਪਰਮੇਸ਼ਵਰ ਨੂੰ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ, ਉਹ ਤੇਰੇ ਤੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਜੇ ਸਾਡੇ ਕੋਲ ਦੇਖਣ ਵਾਲੀ ਅੱਖ ਨਹੀਂ ਹੈ ਤਾਂ ਫਿਰ ਅਸੀਂ ਗੁਰੂ ਦੁਆਰੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੀਏ, ਮਹਾਰਾਜ ਸਾਡੇ ਕੋਲ ਤਾਂ ਉਹ ਅੱਖ ਨਹੀਂ ਜਿਹਦੇ ਨਾਲ ਅਸੀਂ ਉਹਨੂੰ ਦੇਖ ਸਕੀਏ। ਅੱਜ ਤੇ ਸਾਡੇ ਕੋਲ ਤਾਂ ਇਹ ਅੱਖ ਇੰਨੀ ਮਾੜੀ ਹੋ ਚੁੱਕੀ ਹੈ ਕਿ ਸਾਨੂੰ ਭਰਾ ਵਿੱਚੋਂ ਭਰਾ ਵੀ ਨਹੀਂ ਦਿਸਦਾ। ਅਸੀਂ ਸਭਨਾਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਭਨਾਂ ਵਿੱਚ ਜੋਤ ਤਾਂ ਕਿੱਥੇ ਰੱਬੀ ਦੇਖਣੀ ਹੈ, ਬੜੀ ਦੂਰ ਦੀ ਗੱਲ ਹੈ। ਅੱਜ ਤੇ ਭਰਾ ਵਿੱਚੋਂ ਭਰਾ ਵੀ ਨਜ਼ਰ ਨਹੀਂ ਆਉਂਦਾ। ਅੱਜ ਤੇ ਜਿਹੜਾ ਉਹ ਮਾਂ-ਬਾਪ ਨੂੰ ਧੀਆਂ ਵੀ ਨਜ਼ਰ ਨਹੀਂ ਆਉਂਦੀਆਂ ਤੇ ਬੱਚਿਆਂ ਨੂੰ ਮਾਪੇ ਨਜ਼ਰ ਨਹੀਂ ਆਉਂਦੇ। ਅਸੀਂ ਤਾਂ ਸਭਨਾਂ ਵਿੱਚ ਜੋਤ, ਰੱਬੀ ਜੋਤ ਤੱਕ ਪਹੁੰਚਣਾ, ਅਜੇ ਤੱਕ ਤੇ ਸਾਨੂੰ ਆਪਣੇ ਜਿਹੜੇ ਨੇ ਉਹ ਆਪਣੇ ਸਮਝ ਵਿੱਚ ਨਹੀਂ ਆਏ। ਭਰਾ ਭਰਾ ਨਾਲ ਨਫ਼ਰਤ ਕਰਦਾ ਹੈ, ਮਾਪੇ ਧੀਆਂ ਨਾਲ, ਤੇ ਬੱਚੇ ਮਾਪਿਆਂ ਨਾਲ ਨਫ਼ਰਤ ਕਰਦੇ। ਔਰ ਜੋ ਹਾਲਾਤ ਸਮਾਜ ਦੇ ਬਣੇ ਹੋਏ ਨੇ, ਸੰਸਾਰ ਦੇ ਵਿੱਚ, ਜੋ ਹਰ ਦਿਨ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ। ਜੋ ਜੋ ਸਾਡੀਆਂ ਕਰਤੂਤਾਂ ਨੇ, ਸਾਡੇ ਕਰਮ ਨੇ, ਜਿਹਦੇ ਨਾਲ ਹਰ ਦਿਨ ਇਨਸਾਨ ਸ਼ਰਮਸਾਰ ਹੋ ਰਿਹਾ, ਕਿਉਂਕਿ ਕਰਮ ਹੀ ਐਸੇ ਕਰ ਰਿਹਾ। ਉਹਦੇ ਵਿੱਚ ਨਜ਼ਰ ਆਏਗਾ ਵੀ ਇਹਦੇ ਕੋਲ ਅੱਖ ਹੈ ਹੀ ਨਹੀਂ, ਜਿਹਦੇ ਨਾਲ ਬੁਰਾ ਕਰਮ ਕਰ ਰਿਹਾ, ਜਿਹਦੇ ਨਾਲ ਠੱਗੀ ਮਾਰ ਰਿਹਾ, ਜਿਹਦੀ ਇਹ ਪੱਤ ਲੁੱਟ ਰਿਹਾ, ਜਿਹਦੇ ਨਾਲ ਹੇਰਾ ਫੇਰੀਆਂ ਕਰ ਰਿਹਾ, ਅਸਲ ਵਿੱਚ ਉਹਦੇ ਵਿੱਚ ਵੀ ਤਾਂ ਉਹ ਰੱਬੀ ਜੋਤ ਹੈ। ਤੇ ਜਦੋਂ ਰੱਬੀ ਜੋਤ ਦੀ ਸਮਝ ਆਏਗੀ, ਅਸੀਂ ਕਿਸੇ ਦਾ ਬੁਰਾ ਕਰ ਨਹੀਂ ਸਕਾਂਗੇ। ਪਰ ਹਜੇ ਤੱਕ ਤਾਂ ਸਾਡੀ ਹਾਲਤ ਇਹ ਹੈ ਵੀ ਆਪਣਿਆਂ ਨੂੰ ਆਪਣਿਆਂ ਚੋਂ ਹੀ ਪਛਾਣਨਾ ਔਖਾ ਹੋ ਗਿਆ। ਇਸ ਲਈ ਸਤਿਗੁਰੂ ਜੀ ਕੋਲ ਆ ਕੇ ਅਸੀਂ ਬੇਨਤੀ ਕੀਤੀ, ਮਹਾਰਾਜ ਤੁਸੀਂ ਆਪਣੀ ਅੱਖ ਨਾਲ ਸਾਨੂੰ ਦਿਖਾਓ। ਅਸੀਂ ਤੁਹਾਡੇ ਗਿਆਨ ਦੀ ਅੱਖ ਨਾਲ ਦੇਖਣਾ ਚਾਹੁੰਦੇ ਹਾਂ, ਗਿਆਨ ਦੀ ਰੋਸ਼ਨੀ ਵਿੱਚ ਦੇਖਣਾ ਚਾਹੁੰਦੇ ਹਾਂ। ਕਿਉਂਕਿ ਅਸੀਂ ਜੇ ਆਪਣੀ ਅੱਖ ਨਾਲ ਵੇਖਦੇ ਹਾਂ ਤਾਂ ਨਫ਼ਰਤ ਤੋਂ ਸਿਵਾ ਹੈ ਹੀ ਕੁਛ ਨਹੀਂ। ਜੇ ਅਸੀਂ ਆਪਣੀ ਨਜ਼ਰ ਨਾਲ ਵੇਖਦੇ ਹਾਂ ਤਾਂ ਸਾਡੇ ਅੱਖ ਵਿੱਚ ਨਫ਼ਰਤ ਭਰੀ, ਈਰਖਾ ਭਰਿਆ, ਕ੍ਰੋਧ ਭਰਿਆ ਪਿਆ। ਅਸੀਂ ਤੁਹਾਡੀ ਨਜ਼ਰ ਨਾਲ ਦੇਖਣਾ ਚਾਹੁੰਦੇ ਹਾਂ। ਜਦੋਂ ਇਹ ਅਸਲ 'ਚ ਇਹ ਬੇਨਤੀ ਕਰਨੀ ਸੀ ਗੁਰੂ ਸਾਹਿਬ ਅੱਗੇ ਆ ਕੇ, ਤੇ ਸਾਹਿਬ ਨੇ ਫਿਰ ਆਪਣੀ ਅੱਖ ਨਾਲ ਜਿਨ੍ਹਾਂ ਨੂੰ ਦਿਖਾਇਆ, ਉਹ ਫਿਰ ਸੁਹਾਗਣ ਬਣ ਗਈਆਂ, ਜੀਵ ਇਸਤਰੀਆਂ। ਜਿਨ੍ਹਾਂ ਨੇ ਆ ਕੇ ਕਿਹਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ, ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਗੁਰਹਿ ਦਿਖਾਇਓ ਲੋਏ ਨਾ। ਗੁਰੂ ਸਾਹਿਬ ਨੇ ਆਪਣੀ ਲੋਹ ਨਾਲ, ਆਪਣੀ ਰੋਸ਼ਨੀ, ਆਪਣੀ ਅੱਖ ਨਾਲ ਉਹਨਾਂ ਨੂੰ ਦਿਖਾਇਆ। ਤੇ ਜਦੋਂ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਦਾ ਨਜ਼ਰੀਆ ਹੀ ਬਦਲ ਗਿਆ, ਦੇਖਣ ਵਾਲੀ ਅਵਸਥਾ ਹੀ ਜਿਹੜੀ ਸੀ ਉਹ ਬਦਲ ਗਈ। ਗੁਰਹਿ ਦਿਖਾਇਓ ਲੋਹੇ ਨਾ, ਇਤੈ ਉਤੈ ਘਟ 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 ਘਟ, ਤੂੰ ਹੀ ਮੋਹੇ ਨਾ। ਉਹਨੇ ਐਸਾ ਮੋਹ ਲਿਆ ਮਨ ਨੂੰ ਵੀ ਹੁਣ ਤੂੰ ਹੀ ਤੂੰ, ਤੇਰੇ ਤੋਂ ਬਿਨਾ ਹੁਣ ਅਕਾਲ ਪੁਰਖ ਪਰਮੇਸ਼ਵਰ ਰੱਬ ਜੀ, ਤੁਹਾਡੇ ਤੋਂ ਬਿਨਾ ਹੁਣ ਹੋਰ ਦੂਜਾ ਕੋਈ ਦਿਸਦਾ ਹੀ ਕੋਈ ਨਹੀਂ ਪਿਆ। ਤੇ ਜਦੋਂ ਦਿਸਦਾ ਹੀ ਨਹੀਂ, ਜੈ ਜੈ ਪੇਖੋਂ ਤੈਂ ਹਜੂਰ, ਦੂਰ ਕਤਹੁ ਨ ਜਾਈ। ਰੱਬ ਰਹਿਆ ਸਰਬੱਤਰ ਮੈਂ ਮਨ,
ਸਦਾ ਧਿਆਈ। ਹੁਣ ਜਹ ਜਹ ਪੇਖੋ ਤੈ ਹਜੂਰ। ਜਦੋਂ ਗੁਰਹਿ ਦਿਖਾਇਓ ਲੋਏ ਨਾ, ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਵੇਖਿਆ, ਗੁਰਬਾਣੀ ਦੇ ਗਿਆਨ ਨਾਲ ਅਸੀਂ ਦੇਖਿਆ ਤਾਂ ਸਾਡਾ ਨਜ਼ਰੀਆ ਬਦਲ ਗਿਆ। ਜਦੋਂ ਸਾਡਾ ਨਜ਼ਰੀਆ ਬਦਲ ਗਿਆ, ਜਾਂ ਜਿਨ੍ਹਾਂ ਨੇ ਵੇਖਿਆ ਉਹਨਾਂ ਦਾ ਨਜ਼ਰੀਆ ਬਦਲ ਗਿਆ, ਤੇ ਜਿਨ੍ਹਾਂ ਦਾ ਬਦਲਿਆ, ਜਿਹੜੇ ਆਪਣੇ ਵੀ ਨਜ਼ਰ ਨਹੀਂ ਸੀ ਆਉਂਦੇ ਨਾ, ਹੁਣ ਕੀ ਹੋਇਆ? ਹੁਣ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਉਹਦੇ ਤੋਂ ਬਿਨਾ ਕੋਈ ਦਿਸਦਾ ਹੀ ਨਹੀਂ, ਤੇ ਜਦੋਂ ਉਸ ਤੋਂ ਬਿਨਾ ਕੋਈ ਦਿਸਦਾ ਨਹੀਂ, ਤੁਸੀਂ ਠੱਗੀ ਕਿਹਦੇ ਨਾਲ ਮਾਰੋਗੇ? ਤੁਸੀਂ ਬੁਰਾ ਕਰਮ ਕਿਹਦੇ ਨਾਲ ਕਰੋਗੇ? ਤੁਸੀਂ ਮਾੜਾ ਕਰਮ ਕੁਕਰਮ ਕਿਹਦੇ ਨਾਲ ਕਰੋਗੇ? ਤੁਸੀਂ ਪਾਪ ਕਿਹਦੇ ਨਾਲ ਜਿਹੜਾ ਉਹ ਕਮਾਓਗੇ? ਕਿਉਂਕਿ ਹੁਣ ਸਮਝ ਆ ਗਈ ਕਿ ਸਭ ਮੈਂ ਜੋਤ ਜੋਤ ਹੈ ਸੋਏ। ਸਮਝ ਆ ਗਈ ਕਿ ਸਭ ਗੋਬਿੰਦ ਹੈ। ਸਮਝ ਆ ਗਈ ਕਿ ਉਹਦੇ ਤੋਂ ਬਿਨਾ ਹੈ ਹੀ ਕੋਈ ਨਹੀਂ, ਉਹ ਸਭਨਾਂ ਦੇ ਅੰਦਰ ਸਮਾਇਆ ਹੋਇਆ ਅਕਾਲ ਪੁਰਖ ਪਰਮੇਸ਼ਵਰ ਹੈ। ਫਿਰ ਤੁਸੀਂ ਬੁਰਾ ਕਿਸੇ ਦਾ ਕਰ ਹੀ ਨਹੀਂ ਸਕੋਗੇ, ਤੁਸੀਂ ਮਾੜਾ ਕਿਸੇ ਦੇ ਪਰਥਾਏ ਸੋਚ ਹੀ ਨਹੀਂ ਸਕੋਗੇ। ਫਿਰ ਤੁਸੀਂ ਆਪਣਾ ਤਾਂ ਭਲਾ ਮੰਗੋਗੇ, ਫਿਰ ਸਾਰਿਆਂ ਦਾ ਭਲਾ ਤੁਸੀਂ ਮੰਗੋਗੇ। ਫਿਰ ਨਹੀਂ ਤੇ ਬੰਦਾ ਕਹਿੰਦਾ ਮੈਂ ਆਪਣਾ ਭਲਾ ਮੰਗਾ, ਮੈਂ ਦੂਜਿਆਂ ਦੀ ਮੈਂ ਕਿਉਂ ਮੰਗਾ ਭਲਾ? ਮੈਂ ਤੇ ਆਪਣਾ ਸੁੱਖ ਮੰਗਣਾ, ਮੈਂ ਦੂਜਿਆਂ ਦਾ ਸੁੱਖ ਕਿਉਂ ਮੰਗਾ? ਸਾਡੇ ਘਰਾਂ ਦੇ ਵਿੱਚ ਹਾਲਾਤ ਐਸੇ ਨੇ ਕਿ ਮੰਨ ਲਓ ਕਿ ਜਿਵੇਂ ਸਾਡਾ ਜੇਠ ਜਠਾਣੀ ਦਾ ਦਰਾਣੀ ਦਾ ਰਿਸ਼ਤਾ ਆਪਸ ਦੇ ਵਿੱਚ, ਤੇ ਨਫ਼ਰਤ ਇੰਨੀ ਭਰੀ ਪਈ ਹੈ ਕਿ ਇਹਦੇ ਘਰ ਸੁੱਖ ਆਇਆ ਤੇ ਆਇਆ ਕਿਵੇਂ? ਮੇਰੇ ਘਰ ਆਉਣਾ ਚਾਹੀਦਾ ਸੀ। ਇਹਦੇ ਘਰ ਦੇ ਵਿੱਚ ਰੋਟੀ ਪੱਕਦੀ ਹੈ ਤੇ ਪੱਕਦੀ ਕਿਉਂ ਹੈ? ਮੇਰੇ ਘਰ ਹੀ ਪੱਕਣੀ ਚਾਹੀਦੀ ਸੀ। ਇਹਦੇ ਘਰ ਔਲਾਦ ਆ ਗਈ, ਕਿਵੇਂ ਆ ਗਈ? ਮੇਰੇ ਘਰ ਹੀ ਔਲਾਦ ਹੋਣੀ ਚਾਹੀਦੀ ਸੀ। ਅਸੀਂ ਆਪਣੇ ਹੀ ਨਫ਼ਰਤ ਨਾਲ ਭਰੇ ਪਏ ਹਾਂ, ਫਿਰ ਅਸੀਂ ਆਪਣਾ ਸੁੱਖ ਮੰਗਦੇ ਹਾਂ, ਕਿਸੇ ਦਾ ਨਹੀਂ। ਪਰ ਜਦੋਂ ਸਾਨੂੰ ਇੱਕ ਅਕਾਲ ਪੁਰਖ ਦੀ ਸਮਝ ਆ ਗਈ ਨਾ, ਤੇ ਫਿਰ ਅਸੀਂ ਆਪਣਾ ਤਾਂ ਭਲਾ ਮੰਗਾਂਗੇ, ਪਰ ਨਾਲ ਇਹ ਵੀ ਕਵਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਇਹੀ ਕਾਰਨ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਮਾਰਗ ਆਰੰਭ ਕੇ ਇਹਨੂੰ ਖਾਲਸੇ ਦਾ ਰੂਪ ਦਿੱਤਾ, ਤੇ ਇਹ ਅੱਜ ਖਾਲਸਾ ਸਾਰਿਆਂ ਤੋਂ ਨਿਆਰਾ ਹੈ, ਇਹ ਵੱਖਰਾ ਹੈ। ਕਿਉਂਕਿ ਖਾਲਸੇ ਦੇ ਰੂਪ ਵਿੱਚ ਗੁਰੂ ਕੇ ਪਿਆਰਿਆਂ ਨੇ ਆਪਣੀ ਪਰਵਾਹ ਨਹੀਂ ਕੀਤੀ, ਦੂਜਿਆਂ ਦੀ ਪਰਵਾਹ ਕੀਤੀ ਹੈ। ਖਾਲਸੇ ਦੇ ਰੂਪ ਵਿੱਚ ਆਪਣੇ ਘਰ ਦੀ, ਆਪਣੇ ਬੱਚਿਆਂ ਦੀ, ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਸਗੋਂ ਦੂਸਰਿਆਂ ਦੇ ਘਰ ਪਰਿਵਾਰ ਬੱਚਿਆਂ ਦੀ ਪਰਵਾਹ ਕੀਤੀ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਸਿਖਾਇਆ ਹੀ ਇਹ ਹੈ ਕਿ ਤੂੰ ਹਰ ਇੱਕ ਦਾ ਭਲਾ ਕਰਨਾ ਹੈ, ਤੂੰ ਹਰ ਇੱਕ ਦਾ ਜਿਹੜਾ ਉਹ ਕਾਰਜ ਸਵਾਰਨਾ, ਤੂੰ ਹਰ ਇੱਕ ਦਾ ਭਲਾ ਹੀ ਕਰਨਾ ਹੈ, ਕਿਸੇ ਦਾ ਬੁਰਾ ਨਹੀਂ ਕਰਨਾ। ਤੂੰ ਮੰਗਣਾ ਵੀ ਇਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਸਭਨਾ ਘਟਾਂ ਦੇ ਵਿੱਚ ਘਟ ਕਹਿੰਦੇ ਹਿਰਦਾ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਗਾ। ਹੁਣ ਗੁਰਬਾਣੀ ਤਕਰੀਬਨ ਸਾਨੂੰ ਇੱਕ ਨਿਰੰਕਾਰ ਨਾਲ ਜੋੜ ਕੇ ਉਹਦਾ ਗਿਆਨ ਦਿੰਦੀ ਹੈ, ਤੇ ਗੁਰਬਾਣੀ ਨੂੰ ਪੜ੍ਹ ਕੇ ਵੀ ਅਸੀਂ ਨਫ਼ਰਤ ਨਾਲ ਭਰੇ ਰਹੀਏ, ਇਹਦਾ ਮਤਲਬ ਸਾਨੂੰ ਹਜੇ ਗੁਰਬਾਣੀ ਦੀ ਸਮਝ ਨਹੀਂ ਆਈ। ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵੀ ਈਰਖਾ ਨਾਲ ਭਰੇ ਹਾਂ, ਨਫ਼ਰਤ ਨਾਲ ਭਰੇ ਹੋਏ ਹਾਂ, ਫਿਰ ਗੁਰਬਾਣੀ ਦੀ ਸਮਝ ਨਹੀਂ ਆਈ। ਅਸੀਂ ਤੇ ਸਮਝਣਾ ਸੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਸਾਰੇ ਜੀਆਂ ਦਾ ਦਾਤਾ ਹੈ, ਕਿਸੇ ਇੱਕ ਦਾ ਥੋੜੀ ਹੈ। ਰੱਬ ਕਿਸੇ ਇੱਕ ਦਾ ਥੋੜੀ ਹੈ, ਉਹ ਸਾਰੇ ਜੀਆਂ ਦਾ ਹੈ। ਜਿਹਨੇ ਜੀਵ ਪੈਦਾ ਕੀਤੇ ਨੇ ਉਹਨੂੰ ਪਾਲਣ ਵਾਲਾ ਵੀ ਉਹ ਹੈ, ਸੰਭਾਲਣ ਵਾਲਾ ਵੀ ਉਹ ਹੈ। ਅਸੀਂ ਉਸ ਧੁਰੇ ਨਾਲੋਂ ਟੁੱਟ ਕੇ ਹੋਰ ਆਪਣੇ ਧੁਰੇ ਬਣਾ ਲਏ। ਇਹੀ ਕਾਰਨ ਹੈ ਸਾਡੇ ਦੁੱਖ ਦਾ, ਸਾਡੇ ਰੋਣ ਦਾ, ਦੁੱਖ ਦਾ, ਪਰੇਸ਼ਾਨੀਆਂ ਦਾ ਕਾਰਨ ਹੀ ਇਹ ਹੈ ਕਿ ਅਸੀਂ ਜਿਸ ਧੁਰੇ ਨਾਲ ਜੁੜਨਾ ਸੀ ਉਹਦੇ ਨਾਲ ਜੁੜੇ ਨਹੀਂ। ਅਸੀਂ ਹੋਰ ਧੁਰੇ ਆਪਣੇ ਆਪਣੇ ਬਣਾ ਲਏ, ਰੱਬ ਹੀ ਆਪਣੇ ਆਪਣੇ ਬਣਾ ਲਏ। ਭਗਤ ਜਨਾਂ ਨੂੰ ਸਮਝ ਆਈ ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਰਦੇ 'ਚ ਬੈਠੇ ਨੇ ਉਹ। ਉਹਨਾਂ ਨੇ ਹੋਕਾ ਦੇ ਦੇ ਕੇ ਹੰਕਾਰੀਆਂ ਨੂੰ, ਵਿਕਾਰੀਆਂ ਨੂੰ ਸਮਝਾਇਆ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਏਕ ਨੂਰ ਤੇ, ਇੱਕ ਪ੍ਰਕਾਸ਼ ਤੋਂ ਸਾਰਿਆਂ ਦੇ ਹਿਰਦਿਆਂ ਵਿੱਚ ਰੱਬੀ ਜੋਤ ਦਾ ਪ੍ਰਕਾਸ਼ ਹੋ ਰਿਹਾ। ਉਹ ਪ੍ਰਕਾਸ਼ ਹੋ ਕਿੱਥੋਂ ਰਿਹਾ? ਇੱਕੋ ਹੀ ਨੂਰ, ਇੱਕੋ ਹੀ ਅਕਾਲ ਪੁਰਖ ਰੱਬੀ ਜੋਤ ਤੋਂ। ਸੂਰਜ ਵੀ ਪ੍ਰਕਾਸ਼ ਸਾਨੂੰ ਦੇ ਰਿਹਾ, ਤੇ ਸੂਰਜ ਵੀ ਕਿੱਥੋਂ ਲੈ ਰਿਹਾ ਪ੍ਰਕਾਸ਼? ਉਹ ਵੀ ਤਾਂ ਰੱਬੀ ਜੋਤ ਤੋਂ ਹੀ ਪ੍ਰਕਾਸ਼ ਆ ਰਿਹਾ। ਸੂਰਜ ਕੋਲ ਤੇ ਆਪਣਾ ਚਾਨਣ ਨਹੀਂ ਹੈ, ਉਹਨੂੰ ਬਣਾਉਣ ਵਾਲਾ ਵੀ ਤੇ ਇੱਕ ਪਰਮੇਸ਼ਵਰ ਹੈ। ਇਸ ਲਈ ਦੁਨੀਆ ਦੇ ਅੰਦਰ ਨਫ਼ਰਤ ਤਾਂ ਹੀ ਖਤਮ ਹੋ ਸਕਦੀ ਹੈ ਜੇ ਅਸੀਂ ਇੱਕ ਦੇ ਨਾਲ ਜੁੜਾਂਗੇ। ਈਰਖਾ ਸਾਡੇ ਅੰਦਰ ਤਾਂ ਹੀ ਖਤਮ ਹੋ ਸਕਦੀ ਹੈ ਜੇ ਅਸੀਂ ਇੱਕ ਦੇ ਨਾਲ ਜੁੜਾਂਗੇ, ਇੱਕ ਨਿਸ਼ਾਨ ਦੇ ਹੇਠਾਂ ਆਵਾਂਗੇ। ਤੇ ਜਿਸ ਗੁਰੂ ਸਾਹਿਬ ਨੇ ਬਾਣੀ ਰਾਹੀਂ ਸਾਡੀ ਨਫ਼ਰਤ ਖਤਮ ਕੀਤੀ ਹੈ, ਅਸੀਂ ਉਸੇ ਗੁਰੂ ਦੇ ਸਿੱਖ ਬਣ ਕੇ ਆਪਸ ਦੇ ਵਿੱਚ ਟਕਰਾ ਰਹੇ ਹਾਂ, ਲੜ ਰਹੇ ਹਾਂ, ਝਗੜ ਰਹੇ ਹਾਂ। ਕਿਉਂ? ਕਿਉਂਕਿ ਨਫ਼ਰਤ ਮੁੱਕਦੀ ਨਹੀਂ, ਹੰਕਾਰ ਮੁੱਕਦਾ ਨਹੀਂ ਪਿਆ। ਤੇ ਅਸੀਂ ਗੁਰਬਾਣੀ ਪੜ੍ਹ ਕੇ ਇਹੀ ਚੀਜ਼ ਤੇ ਅੰਦਰੋਂ ਮੁਕਾਉਣੀ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਜੇ ਸੁਹਾਗਣ ਬਣਨਾ ਚਾਹੁੰਦੇ ਹੋ ਨਾ, ਤੇ ਫਿਰ ਇੱਕ ਛਾਉ ਨਾਲ ਜੁੜ ਜਾਓ। ਇੱਕ ਖਸਮ ਜਿਹੜਾ ਹੈ ਉਹਦੇ ਨਾਮ ਨਾਲ ਜੁੜ ਜਾਓ। ਆਪਣੇ ਆਪਣੇ ਛਾਉ ਖਸਮ ਵੱਖਰੇ ਵੱਖਰੇ ਆਪਾਂ ਨਾ ਬਣਾਈਏ। ਏਕ ਪਿਤਾ ਏਕ ਸਕੇ ਹਮ ਬਾਰਕ। ਸਾਰਿਆਂ ਦਾ ਛਾਉ ਮਾਲਕ ਪਤੀ ਖਸਮ ਇੱਕੋ ਹੀ ਹੈ, ਭਾਵੇਂ ਉਹ ਕਿਸੇ ਧਰਮ ਦਾ, ਕਿਸੇ ਜਾਤ ਦਾ ਵੀ ਹੋਵੇ, ਕਿਸੇ ਮੁਲਕ ਦਾ ਵੀ ਹੋਵੇ, ਪਰ ਸਾਰਿਆਂ ਦਾ ਦਾਤਾ ਇੱਕੋ ਹੀ ਹੈ, ਪਰਮੇਸ਼ਵਰ। ਸ੍ਰਿਸ਼ਟੀ ਨੂੰ ਰਚਣ ਵਾਲਾ ਇੱਕੋ ਹੀ ਹੈ, ਸਾਡੀ ਤੁਹਾਡੀ ਰਚਨਾ ਕਰਨ ਵਾਲਾ ਇੱਕ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ, ਦੂਜਾ ਹੈ ਹੀ ਕੋਈ ਨਹੀਂ। ਤੇ ਜਦੋਂ ਅਸੀਂ ਇੱਕ ਨਾਲ ਸਾਂਝ ਤੋੜ ਕੇ ਦੂਜੇ ਨਾਲ ਜੁੜਾਂਗੇ, ਉੱਥੇ ਆ ਕੇ ਅਸੀਂ ਫਿਰ ਦੁਹਾਗਣ ਹੋ ਜਾਾਂਗੇ। ਉੱਥੇ ਆ ਕੇ ਸਾਡਾ ਜੀਵਨ ਜਿਹੜਾ ਹੈ, ਉਹ ਜੀਵਨ ਦੇ ਜਿਹੜੀ ਚਾਲ ਹੈ ਉਹ ਬਦਲ ਜਾਏਗੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ, ਸਭਨੀ ਘਟੀ ਸ਼ਹੁ ਵਸੈ। ਅੱਜ ਦਾ ਜਿਹੜਾ ਪਾਵਨ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਜੀ ਦਾ। ਸ਼ਹੁ ਦਾ ਅਰਥ ਹੁੰਦਾ ਹੈ ਪਤੀ, ਪਰਮਾਤਮਾ। ਹੁਣ ਇਹ ਸ਼ਹੁ ਕਿਹਦਾ ਹੈ? ਸਰੀਰ ਕਰਕੇ ਤਾਂ ਹਰ ਇੱਕ ਦਾ ਸ਼ਹੁ ਵੱਖਰਾ ਵੱਖਰਾ ਹੈ। ਬਾਹਰੋਂ ਤੇ ਆਪਾਂ ਮੇਲ ਔਰ ਫੀਮੇਲ ਦੇ ਰੂਪ ਵਿੱਚ ਆ ਨਾ, ਸਰੀਰ ਕਰਕੇ। ਬਾਹਰੋਂ ਤਾਂ ਹਰ ਇੱਕ ਜਿਹੜੀ ਇਸਤਰੀ ਹੈ, ਹਰ ਇੱਕ ਦਾ ਆਪਣਾ ਆਪਣਾ ਜਿਹੜਾ ਹੈ ਉਹ ਪਤੀ ਹੈ ਸਰੀਰਕ ਤਲ ਦੇ ਉੱਤੇ। ਪਰ ਸਾਡੀ ਜਿਹੜੀ ਅੰਦਰ ਦੀ ਜਿੰਦ ਹੈ ਨਾ, ਨਿਮਾਣੀ ਜਿੰਦ, ਉਹਨਾਂ ਸਾਰਿਆਂ ਦਾ ਛਾਉ ਇੱਕੋ ਹੀ ਹੈ। ਅਸੀਂ ਬਾਹਰੋਂ ਮੇਲ ਫੀਮੇਲ ਹੋ ਸਕਦੇ ਹਾਂ, ਵੀ ਇਹ ਬੰਦਾ ਹੈ ਤੇ ਇਹ ਜਿਹੜਾ ਔਰਤ ਦੇ ਰੂਪ ਵਿੱਚ, ਇਹ ਬੰਦੇ ਦੇ ਰੂਪ ਵਿੱਚ, ਇਹ ਬਾਹਰੋਂ ਹੋ ਸਕਦੇ ਹਾਂ, ਪਰ ਅੰਦਰੋਂ ਆਪਾਂ ਸਾਰੇ ਦੇ ਸਾਰੇ ਹੀ ਇਸਤਰੀ ਦੇ ਰੂਪ ਵਿੱਚ ਹਾਂ। ਤੇ ਸਾਡੇ ਸਾਰਿਆਂ ਦਾ ਛਾਉ ਇੱਕੋ ਹੀ ਹੈ, ਪਰਮਾਤਮਾ। ਪਰ ਹੁਣ ਇਸ ਜੀਵਨ ਇਸਤਰੀ ਨੂੰ ਸੁਹਾਗਣ ਬਣਾ ਕੇ ਉਹਦੇ ਨਾਲ ਕਿਵੇਂ ਜੋੜੀਏ? ਮਨ ਤੇ ਜਿਹੜਾ ਉਹ ਵਿਗੜਿਆ ਪਿਆ। ਮਨ ਦੀ ਹਾਲਤ ਤਾਂ ਜਿਹੜੀ ਹੈ ਉਹ ਮੈਲੀ ਹੋ ਚੁੱਕੀ ਹੈ, ਵਿਕਾਰੀ ਹੋ ਚੁੱਕੀ ਹੈ। ਮਨ ਇਹ ਮਿਲਾਪ ਹੋਣ ਹੀ ਨਹੀਂ ਦੇ ਰਿਹਾ। ਕਿਉਂ ਨਹੀਂ ਹੋਣ ਦੇ ਰਿਹਾ? ਕਿਉਂਕਿ ਜਿਹੜਾ ਹੰਕਾਰ ਖੜਾ ਹੈ ਉਹ ਚਾਹੁੰਦਾ ਹੀ ਨਹੀਂ ਵੀ ਇਹ ਸੁਹਾਗਣ ਬਣ ਕੇ ਪਰਮੇਸ਼ਵਰ ਨਾਲ ਕਿਤੇ ਛਾਉ ਨਾਲ ਮੇਲ ਹੋ ਜਾਏ। ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ। ਰਾਤ ਵੀ ਜ਼ਿਕਰ ਕੀਤਾ ਸੀ ਕਿ ਇੱਕੋ ਹੀ ਹੈ ਜਿਹੜਾ ਸਾਨੂੰ ਮਿਲਾ ਸਕਦਾ ਹੈ ਔਰ ਅੰਦਰ ਹਉਮੈ ਦੇ ਰੋਗ ਨੂੰ ਕੱਟ ਸਕਦਾ ਹੈ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਇਸ ਲਈ ਸਭਨੀ ਘਟੀ ਛਹੁ ਵਸੈ। ਸਭਨਾ ਘਟਾਂ ਦੇ ਵਿੱਚ, ਸਾਰਿਆਂ ਦੇ ਹਿਰਦਿਆਂ ਵਿੱਚ, ਹਰ ਇੱਕ ਜੀਵ ਦੇ ਅੰਦਰ ਛਹੁ ਵਸਦਾ ਹੈ। ਸ਼ਹਿ ਬਿਨ ਘਟ ਨਾ ਕੋਏ। ਕੋਈ ਵੀ ਹਿਰਦਾ ਉਹਦੇ ਤੋਂ ਬਿਨਾ ਨਹੀਂ ਹੈ। ਕੋਈ ਵੀ ਐਸਾ ਹਿਰਦਾ ਨਹੀਂ ਜਿਹੜਾ ਉਹਦੇ ਤੋਂ ਬਿਨਾ ਹੋਵੇ। ਹਾਂ, ਉਹ ਪ੍ਰਗਟ ਕਿਸੇ ਕਿਸੇ ਦੇ ਅੰਦਰ ਹੁੰਦਾ ਹੈ। ਉਹਦੀ ਪ੍ਰਾਪਤੀ ਕਿਸੇ ਕਿਸੇ ਨੂੰ ਹੁੰਦੀ ਹੈ, ਹਰ ਇੱਕ ਨੂੰ ਨਹੀਂ ਹੁੰਦੀ। ਜੇ ਹਰ ਇੱਕ ਨੂੰ ਪਤਾ ਲੱਗ ਜਾਏ ਕਿ ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ
ਸੋ ਭਰਮ ਭੁਲਾਈ। ਤੇ ਜੇ ਹਰ ਇੱਕ ਨੂੰ ਇਹ ਗੱਲ ਸਮਝ ਆ ਜਾਏ ਤਾਂ ਸਾਡੇ ਲੜਾਈ ਝਗੜੇ ਨਾ ਮੁੱਕ ਜਾਣ, ਸਾਡੀ ਨਫ਼ਰਤ ਨਾ ਮੁੱਕ ਜਾਏ, ਕਿਸੇ ਨੂੰ ਕੋਰਟ ਕਚਹਿਰੀਆਂ ਦਾ ਰਾਹ ਦੇਖਣਾ ਹੀ ਨਾ ਪਵੇ, ਕਿਸੇ ਨੂੰ ਆਪਣੇ ਹੱਥਾਂ ਦੇ ਵਿੱਚ ਹਥਿਆਰ ਸ਼ਸਤਰ ਜਿਹੜੇ ਨੇ ਇਹ ਲੈਣ ਦੀ ਲੋੜ ਹੀ ਨਾ ਪਵੇ। ਇਹ ਕਿਉਂ ਲੋੜ ਪਈ ਹੈ? ਕਿਉਂਕਿ ਅਸੀਂ ਇੱਕ ਨੂੰ ਨਹੀਂ ਸਮਝ ਪਾ ਰਹੇ ਹਾਂ। ਬਸ ਆਪਣੀ ਆਪਣੀ ਹੋਂਦ ਦਾ ਪ੍ਰਗਟਾਵਾ ਕਰਕੇ ਕਤਲੇਆਮ ਹੋ ਰਹੇ ਨੇ, ਲੜਾਈਆਂ ਹੋ ਰਹੀਆਂ, ਝਗੜੇ ਹੋ ਰਹੇ ਨੇ। ਆਪ ਸਭ ਤੋਂ ਉੱਚਾ ਹੋ ਕੇ ਹਰ ਇੱਕ ਨੂੰ ਨੀਵਾਂ ਕਰਕੇ ਦੇਖਣਾ ਚਾਹੁੰਦੇ ਹਾਂ। ਮੈਂ ਹੀ ਜਿਹੜੀ ਹੈ ਸਾਨੂੰ ਇਹ ਉੱਚਾ ਲੈ ਜਾਂਦੀ ਹੈ, ਤੇ ਬੰਦਾ ਕਹਿੰਦਾ ਵੀ ਮੇਰੇ ਤੋਂ ਸਾਰੇ ਨਿਭ ਕੇ ਹੋਣੇ ਚਾਹੀਦੇ ਨੇ, ਮੇਰੇ ਤੋਂ ਉੱਪਰ ਕੋਈ ਨਹੀਂ ਹੋਣਾ ਚਾਹੀਦਾ। ਅੱਜ ਕਿੰਨੀ ਮਾੜੀ ਹਾਲਤ ਜਿਹੜੀ ਹੈ ਉਹ ਸੰਸਾਰ ਦੀ ਹੋ ਚੁੱਕੀ ਹੈ, ਜਿਹਦੇ ਵਿੱਚ ਹਰ ਕੋਈ ਕੁਰਲਾ ਰਿਹਾ ਹੈ, ਹਰ ਕੋਈ ਵਿਕਾਰਾਂ ਦੀ ਨਫ਼ਰਤ ਦੀ ਅੱਗ ਵਿੱਚ ਸੜ ਰਿਹਾ, ਬਲ ਰਿਹਾ। ਘਰਾਂ ਦੇ ਘਰ ਉਜੜ ਰਹੇ ਨੇ, ਇੱਕ ਇੱਕ ਜ਼ਮੀਨ ਦੀ ਇੱਕ ਇੱਕ ਇੰਚ ਜਗ੍ਹਾ ਪਿੱਛੇ ਕਤਲ ਹੋ ਰਹੇ ਨੇ। ਵੀ ਇੱਕ ਇੰਚ ਕਿੰਨੀ ਕੁ ਹੁੰਦੀ ਹੈ? ਇੱਕ ਇੰਚ ਜਗ੍ਹਾ ਇੱਧਰ ਦੀ ਇੱਧਰ ਹੋ ਕਿਵੇਂ ਗਈ? ਜਿਹਨੇ ਕੀਤੀ ਹੈ ਉਹਨੂੰ ਮੈਂ ਜਿਉਂਦਾ ਨਹੀਂ ਛੱਡਣਾ, ਉਹਦਾ ਕਤਲ ਹੋ ਜਾਂਦਾ ਹੈ। ਜਦ ਕਿ ਇਹ ਵੀ ਪਤਾ ਹੈ ਕਿ ਦੁਨੀਆ 'ਚ ਨਾ ਕੁਝ ਲੈ ਕੇ ਆਏ ਆ ਤੇ ਨਾ ਦੁਨੀਆ ਤੋਂ ਕੁਝ ਚੁੱਕ ਕੇ ਨਾਲ ਲੈ ਜਾਣਾ ਹੈ। ਨਾਂਗੇ ਆਵਣ ਨਾਂਗੇ ਜਾਣਾ। ਸਾਡਾ ਤੇ ਆਉਣਾ ਸੀ ਕਿ ਅਸੀਂ ਕਈ ਜਨਮਾਂ ਤੋਂ ਵਿਛੜੇ ਹੋਏ ਆ ਤੇ ਸਾਡੀ ਪਹੁੰਚ ਨਿਰੰਕਾਰ ਤੱਕ ਹੋ ਜਾਏ। ਤੇ ਨਿਰੰਕਾਰ ਵੀ ਕਿੱਥੇ ਹੈ? ਸਾਡੇ ਹਿਰਦੇ। ਉਹ ਕਿੱਥੇ ਹੈ? ਪ੍ਰਭ ਨੇਰ ਹੂੰ ਤੇ ਨੇਰਿਆ, ਉਹ ਨੇੜੇ ਤੋਂ ਨੇੜੇ ਹੈ, ਪਰ ਸਾਡੀ ਅੱਖ ਨਫ਼ਰਤ ਨਾਲ ਭਰੀ ਹੈ, ਅਸੀਂ ਦੇਖ ਨਹੀਂ ਪਾ ਰਹੇ। ਸਾਡੇ ਅੰਦਰ ਈਰਖਾ ਭਰੀ ਪਈ ਹੈ, ਅਸੀਂ ਦੇਖ ਨਹੀਂ ਪਾ ਰਹੇ ਉਹਨੂੰ। ਹੈ ਤਾਂ ਬਿਲਕੁਲ ਨੇੜੇ, ਬਿਲਕੁਲ ਕਰੀਬ ਹੈ, ਉਹ ਦੇਖ ਨਹੀਂ ਪਾ ਰਹੇ ਆ। ਉਹ ਨਫ਼ਰਤ ਨਿਕਲੇਗੀ ਤਾਂ ਹੀ ਦੇਖ ਪਾਵਾਂਗੇ ਉਹਨੂੰ। ਸਭਨੀ ਘਟੀ ਸ਼ਹੁ ਵਸੈ, ਸਾਰਿਆਂ ਦੇ ਵਿੱਚ ਸ਼ਹੁ ਵਸਦਾ ਪਿਆ ਹੈ। ਸ਼ਹਿ ਬਿਨ ਘਟ ਨਾ ਕੋਏ, ਕੋਈ ਵੀ ਉਹਦੇ ਤੋਂ ਬਿਨਾਂ ਹਿਰਦਾ ਨਹੀਂ, ਕੋਈ ਐਸਾ ਹਿਰਦਾ ਨਹੀਂ ਜਿਹਦੇ ਵਿੱਚ ਉਹ ਨਹੀਂ ਹੈ। ਬਸ ਇਹ ਹੈ ਵੀ ਕਈਆਂ ਦੇ ਪ੍ਰਗਟ ਹੋ ਗਿਆ, ਕਈਆਂ ਦੇ ਹਜੇ ਪ੍ਰਗਟ ਹੋਣਾ, ਕਈਆਂ ਨੂੰ ਸਮਝ ਹੀ ਨਹੀਂ। ਜਿਨ੍ਹਾਂ ਨੂੰ ਸਮਝ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਫਿਰ ਉਹ ਤਾਂ ਹੱਥ ਜੋੜ ਕੇ ਝੁਕ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਅੱਗੇ, ਕਿਉਂਕਿ ਉਹਨੇ ਗੁਰੂ ਨੂੰ ਪ੍ਰਗਟ ਕਰ ਲਿਆ ਗੁਰੂ ਗ੍ਰੰਥ ਸਾਹਿਬ ਵਿੱਚੋਂ। ਤੇ ਜਿਹਨੂੰ ਨਹੀਂ ਸਮਝ ਆਈ ਉਹਨੇ ਤਾਂ ਗੁਰੂ ਨੂੰ ਹੱਥ ਪਾ ਲਿਆ, ਉਹਨੇ ਤਾਂ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਦੇ ਅੰਗ ਜਿਹੜੇ ਨੇ ਖਿਲਾਰਨ ਲੱਗਿਆਂ ਅੰਦਰ ਮਾੜਾ ਜਿਹਾ ਵੀ ਡਰ ਪੈਦਾ ਨਹੀਂ ਹੋਇਆ, ਕਿਉਂਕਿ ਉਹਨੂੰ ਪਤਾ ਹੀ ਨਹੀਂ। ਜਿਸ ਧੀ ਨੂੰ ਕੁੱਖ ਵਿੱਚ ਮਾਰ ਰਹੇ ਆ ਕਿ ਉਹਦੇ ਅੰਦਰ ਸ਼ੌ ਨਹੀਂ ਵਸਦਾ। ਜਿਹਦੇ ਅਸੀਂ ਦਹੇਜ ਦੀ ਖਾਤਰ ਜਿਸ ਧੀ ਨੂੰ ਅਸੀਂ ਸਾੜ ਰਹੇ ਆ, ਦੁਖੀ ਕਰ ਰਹੇ ਆ, ਧਨ ਪੈਸਾ ਦੌਲਤ ਲੈਣ ਵਾਸਤੇ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਆ, ਉਹ ਵਿਚਾਰੀ ਆਪਣਾ ਪੇਕਾ ਘਰ ਛੱਡ ਕੇ, ਸਭ ਕੁਝ ਛੱਡ ਕੇ ਆਪਣੇ ਸ਼ੌ ਨਾਲ ਰਹਿਣ ਵਾਸਤੇ ਆਈ, ਤੇ ਉਹੀ ਉਹਨੂੰ 4 ਪੈਸਿਆਂ ਦੀ ਖਾਤਰ ਜਿਉਂਦਾ ਸਾੜ ਦਿੰਦਾ ਹੈ ਕਿ ਉਹਦੇ ਅੰਦਰ ਉਹ ਸ਼ੌ ਨਹੀਂ ਸੀ ਵਸਦਾ। ਜਿਨ੍ਹਾਂ ਸਾਡੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਹੈ, ਕਈਆਂ ਦੇ ਤੇਜ਼ਾਬ ਸੁੱਟਿਆ ਜਾ ਰਿਹਾ ਹੈ ਕਿ ਉਹਨਾਂ ਅੰਦਰ ਸ਼ੌ ਨਹੀਂ ਸੀ ਵਸਦਾ। ਜਾਂ ਜਿਹੜੀਆਂ ਧੀਆਂ ਆਪਣੇ ਪੇਕੇ ਘਰ 'ਚ ਮਾਪਿਆਂ ਨੂੰ ਛੱਡ ਕੇ ਸਹੁਰੇ ਘਰ ਆਈਆਂ ਤੇ ਆ ਕੇ ਕਹਿੰਦੀਆਂ ਨੇ ਅਸੀਂ ਤੇਰੇ ਮਾਂ-ਬਾਪ ਨਾਲ ਨਹੀਂ ਰਹਿਣਾ, ਇਹਨਾਂ ਨੂੰ ਘਰੋਂ ਕੱਢ, ਤੇ ਕੀ ਉਹਨਾਂ ਅੰਦਰ ਸ਼ੌ ਨਹੀਂ ਸੀ ਵਸਦਾ? ਗੱਲ ਵੀ ਤਾਲੀ ਇੱਕ ਹੱਥ ਨਾਲ ਨਹੀਂ ਨਾ ਵੱਜਦੀ। ਕਈ ਐਸੀਆਂ ਵੀ ਨੇ ਜਿਹੜੀਆਂ ਘਰ ਆ ਕੇ ਘਰ ਉਜਾੜ ਦਿੰਦੀਆਂ ਨੇ। ਆਪਣੇ ਮਾਂ-ਬਾਪ ਆਪਣੇ ਨੇ, ਪਰ ਜਿਹੜੇ ਜਿਸ ਘਰ 'ਚ ਆਈ ਹੈ ਉਹ ਮਾਪੇ ਉਹਨੂੰ ਮਾਪੇ ਨਜ਼ਰ ਨਹੀਂ ਆਉਂਦੇ। ਉਹ ਕਹਿਣ ਲੱਗੀ ਜੇ ਇਹ ਰਹਿਣਗੇ ਤੇ ਮੈਂ ਨਹੀਂ ਰਹਿਣਾ, ਜੇ ਮੈਨੂੰ ਆਪਣੇ ਘਰ ਰੱਖਣਾ ਤੇ ਇਹਨਾਂ ਨੂੰ ਘਰੋਂ ਕੱਢ। ਇਹਦਾ ਮਤਲਬ ਇੱਕ ਪਾਸੇ ਰੱਬ ਪਾਉਣਾ ਚਾਹੁੰਦੇ ਆ, ਦੂਜੇ ਪਾਸੇ ਰੱਬ ਨੂੰ ਘਰੋਂ ਕੱਢਣਾ ਚਾਹੁੰਦੇ ਆ। ਇੱਕ ਪਾਸੇ ਅਸੀਂ ਕਹਿੰਦੇ ਆ ਰੱਬ ਜੀ ਅਸੀਂ ਤੁਹਾਡੀਆਂ ਖੁਸ਼ੀਆਂ ਲੈਣੀਆਂ ਨੇ, ਇੱਕ ਪਾਸੇ ਰੱਬ ਦੇ ਹੀ ਅਸੀਂ ਛੁਰਾ ਖੋਭ ਰਹੇ ਹਾਂ, ਉਹਦੇ ਨਾਲ ਹੀ ਨਫ਼ਰਤ ਕਰ ਰਹੇ ਹਾਂ, ਉਹਦੇ ਨਾਲ ਹੀ ਪਿਆਰ ਕਰ ਰਹੇ ਹਾਂ, ਉਹਨੂੰ ਹੀ ਮਿਲਣਾ ਚਾਹੁੰਦੇ ਹਾਂ, ਉਹਨੂੰ ਹੀ ਧੱਕੇ ਮਾਰ ਰਹੇ ਹਾਂ। ਫਿਰ ਗੱਲ ਕਿਵੇਂ ਬਣੇਗੀ? ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸ਼ਹਿ ਬਿਨ ਘਟ ਨਾ ਕੋਏ। ਸਭਨਾਂ ਦੇ ਅੰਦਰ ਉਹ ਪਰਮੇਸ਼ਵਰ ਵਸਦਾ ਹੈ। ਜਿਵੇਂ ਹਵਾ ਹੈ ਪਰ ਦਿਸਦੀ ਨਹੀਂ ਹੈ, ਪਰਮੇਸ਼ਵਰ ਹੈ
ਪਰ ਉਹ ਦਿਸਦਾ ਨਹੀਂ ਹੈ। ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਖੁਸ਼ਬੂ ਹੈ ਪਰ ਉਹ ਖੁਸ਼ਬੂ ਦਿਸਦੀ ਨਹੀਂ ਹੈ, ਮਹਿਸੂਸ ਹੁੰਦੀ ਹੈ, ਇਵੇਂ ਮਹਿਸੂਸ ਕਰੋ ਕਿ ਸਭਨਾਂ ਦੇ ਅੰਦਰ ਉਹ ਪਰਮੇਸ਼ਵਰ ਹੈ। ਉਹ ਹਰ ਥਾਂ ਦੇ ਉੱਤੇ ਪਰਮੇਸ਼ਵਰ ਮੌਜੂਦ ਹੈ। ਉਹਨੂੰ ਮਹਿਸੂਸ ਕਰਨਾ ਹੈ। ਕਿਵੇਂ ਕਰਨਾ ਹੈ? ਉਹਦੇ ਗੁਣ ਗਾ ਕੇ, ਉਹਦੀਆਂ ਵਡਿਆਈਆਂ ਨਾਲ ਜੁੜ ਕੇ, ਉਹਦੇ ਨਾਮ ਦਾ ਅਭਿਆਸ ਕਰਕੇ ਮਹਿਸੂਸ ਕਰੋ ਕਿ ਉਹ ਹੈ। ਜਿਵੇਂ ਫੁੱਲਾਂ ਵਿੱਚੋਂ ਖੁਸ਼ਬੂ ਮਹਿਸੂਸ ਕਰਦੇ ਆਂ, ਗਰਮ ਸਰਦ ਹਵਾ ਮਹਿਸੂਸ ਕਰਦੇ ਆਂ, ਇਸੇ ਤਰ੍ਹਾਂ ਸਗਲ ਬਨਸਪਤਰ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ। ਕਹਿਣ ਲੱਗੇ ਜਿਵੇਂ ਬੈਸੰਤਰ ਅੱਗ ਜਿਹੜੀ ਹੈ ਹਰ ਬਨਸਪਤੀ ਦੇ ਅੰਦਰ ਹੈ, ਪਰ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਹਰ ਦੁੱਧ ਵਿੱਚ ਇੱਕ ਮੱਖਣ ਘਿਓ ਵਸਦਾ ਹੈ, ਪਰ ਉਹਨੂੰ ਤਰੀਕੇ ਨਾਲ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਤੂੰ ਮਹਿਸੂਸ ਕਰ ਕਿ ਸਭਨਾਂ ਦੇ ਘਟਾਂ ਵਿੱਚ ਸ਼ੌ ਵਸਦਾ ਹੈ, ਮੇਰੇ ਅੰਦਰ ਵੀ ਵਸਦਾ ਹੈ, ਪਰ ਮੈਂ ਉਹਨੂੰ ਪ੍ਰਗਟ ਕਿਵੇਂ ਕਰਨਾ ਹੈ, ਮੈਂ ਉਹਦੀ ਪ੍ਰਾਪਤੀ ਕਿਵੇਂ ਕਰਨੀ ਹੈ। ਪਰ ਜਿਸ ਤਰ੍ਹਾਂ ਮੈਂ ਕਰਨਾ ਚਾਹੁੰਦਾ ਉਵੇਂ ਨਹੀਂ ਹੋ ਸਕਦਾ। ਗੁਰੂ ਸਾਹਿਬ ਜੀ ਕੋਲ ਆਏ ਨਾ ਤੇ ਸਤਿਗੁਰੂ ਜੀ ਨੂੰ ਆਖਿਆ, ਮਹਾਰਾਜ ਜੀ ਅਸੀਂ ਵਿਛੜੇ ਹੋਏ ਆ ਪ੍ਰਭੂ ਤੋਂ, ਸ਼ੌ ਤੋਂ, ਤੇ ਸਾਨੂੰ ਕਿਤੇ ਸੁਹਾਗਣ ਬਣਾ ਕੇ ਮਿਲਾ ਦਿਓ। ਤੇ ਮਹਾਰਾਜ ਜੀ ਕਹਿੰਦੇ ਨੇ ਇੱਕ ਕੰਮ ਕਰ, ਪਹਿਲਾਂ ਜਿਹੜੇ ਰੰਗਾਂ ਵਿੱਚ ਰੰਗਿਆ ਨਾ ਇਹ ਰੰਗ ਤੇਰੇ ਉਤਾਰਨੇ ਪੈਣੇ ਨੇ। ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜਿਆ ਜਾਏ। ਤੂੰ ਇਸਤਰੀ ਸ਼ੌ ਬਣ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਜਿੰਦ ਆਤਮਾ। ਤੈਨੂੰ ਉਹ ਕੰਤ ਕਿਵੇਂ ਮਿਲੇਗਾ? ਤੈਨੂੰ ਕੰਤ ਤਾਂ ਮਿਲੇਗਾ ਪਹਿਲਾਂ ਤੂੰ ਇਹ ਮਾਇਆਵੀ ਰੰਗ ਉਤਾਰ ਆਪਣੇ ਤੋਂ। ਜਿਨ੍ਹਾਂ ਨੇ ਮਾਇਆਵੀ ਰੰਗ ਗੁਰੂ ਦੀ ਕਿਰਪਾ ਨਾਲ ਉਤਾਰ ਕੇ ਨਾਮ ਦਾ ਰੰਗ ਆਪਣੇ ਅੰਦਰ ਚਾੜ ਲਿਆ, ਫਿਰ ਉਹਨਾਂ ਦੇ ਅੰਦਰ ਪਰਮੇਸ਼ਵਰ ਦੀ ਸ਼ੌ ਦੀ ਪ੍ਰਾਪਤੀ ਹੈ। ਗੁਰੂ ਸਾਹਿਬ ਕਹਿੰਦੇ ਹਰ ਇੱਕ ਦੇ ਅੰਦਰ ਸ਼ੌ ਪਰਮੇਸ਼ਵਰ ਵਸਦਾ ਹੈ। ਕੋਈ ਐਸਾ ਹਿਰਦਾ ਨਹੀਂ ਜਿਹਦੇ ਅੰਦਰ ਉਹਦਾ ਵਾਸਾ ਨਾ ਹੋਵੇ। ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਸਭ ਕਹਿੰਦੇ ਮਨਮੁਖਾਂ ਨਾਲ, ਸਾਕਤ ਨਾਲ, ਬੁਰਾਈਆਂ ਕਰਨ ਵਾਲਿਆਂ ਨਾਲ ਸੰਸਾਰ ਭਰਿਆ ਪਿਆ ਹੈ। ਇਸ ਸੰਸਾਰ ਦੇ ਵਿੱਚ ਨਾਨਕ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਤੇ ਸੁਹਾਗਣੀ। ਤੇ ਦਾ ਅਰਥ ਹੈ ਉਹ ਸੁਹਾਗਣਾ ਨੇ। ਸੁਹਾਗਣਾ ਦਾ ਮਤਲਬ ਤਨ ਦੀ ਗੱਲ ਨਹੀਂ ਹੋ ਰਹੀ, ਅੰਦਰ ਦੀ ਜਿੰਦ ਦੀ ਗੱਲ ਹੋ ਰਹੀ ਹੈ। ਉਹ ਜੀਵ ਇਸਤਰੀਆਂ ਸਦਾ ਲਈ ਸੁਹਾਗਣ ਨੇ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਦੇ ਅੰਦਰ ਗੁਰਮੁਖ ਗੁਰੂ ਦੇ ਦੁਆਰਾ, ਗੁਰੂ ਦੇ ਗਿਆਨ ਦੇ ਰਾਹੀਂ, ਗੁਰੂ ਦੇ ਰਹਿਮਤ ਦੇ ਦੁਆਰਾ ਪ੍ਰਗਟ ਹੋਏ, ਜਿਨ੍ਹਾਂ ਦੇ ਅੰਦਰ ਸ਼ੌ ਪ੍ਰਗਟ ਹੋ ਗਿਆ ਹੈ। ਪਹਿਲਾਂ ਤੇ ਆਪਣੇ ਅੰਦਰੋਂ ਸ਼ੌ ਨੂੰ ਪਾਵਾਂਗੇ ਤਾਂ ਹੀ ਦੂਜਿਆਂ ਵਿੱਚੋਂ ਸ਼ੌ ਦਿਸੇਗਾ। ਪਹਿਲੇ ਆਪਣੇ ਅੰਦਰੋਂ ਤਾਂ ਰੱਬ ਨੂੰ ਪਾ ਲਈਏ ਤਾਂ ਹੀ ਦੂਜਿਆਂ ਵਿੱਚੋਂ ਸਾਨੂੰ ਰੱਬ ਦਿਸੇਗਾ। ਜੇ ਆਪਣੇ ਅੰਦਰੋਂ ਨਹੀਂ ਦਿਸਿਆ ਤੇ ਕਿਸੇ ਵਿੱਚੋਂ ਨਹੀਂ ਦਿਸਣਾ। ਅਸੀਂ ਬਾਹਰ ਦਾ ਸਫ਼ਰ ਸ਼ੁਰੂ ਕੀਤਾ ਸੀ, ਅਸੀਂ ਬਾਹਰੋਂ ਨਹੀਂ ਅੰਦਰੋਂ ਸਫ਼ਰ ਕਰਨਾ ਸੀ, ਕਿਉਂਕਿ ਰੱਬ ਨੇ ਬਾਹਰੋਂ ਨਹੀਂ ਸੀ ਅੰਦਰੋਂ ਪਹਿਲਾਂ ਮਿਲਣਾ ਸੀ। ਸਾਨੂੰ ਆਖਿਆ ਜੰਗਲ ਚੋਂ ਮਿਲਣਾ ਹੈ, ਸਾਨੂੰ ਆਖਿਆ ਵੀ ਇਹ ਗ੍ਰਸਤ ਨੂੰ ਤਿਆਗ ਕੇ ਮਿਲਣਾ ਹੈ, ਸਾਨੂੰ ਆਖਿਆ ਵਰਤ ਰੱਖ ਕੇ ਮਿਲਣਾ ਹੈ, ਸਾਨੂੰ ਆਖਿਆ ਪਹਾੜ ਦੀ ਚੋਟੀ ਤੇ ਰੱਬ ਮਿਲਣਾ ਹੈ। ਅਸੀਂ ਤੁਰ ਪਏ, ਪਰ ਮਿਲਣਾ ਕਿੱਥੋਂ ਸੀ? ਸਾਡੇ ਹਿਰਦੇ ਵਿੱਚੋਂ। ਇਹੀ ਕਾਰਨ ਹੈ ਕਿ ਇਹ ਜਿਹੜਾ ਗੁਰੂ ਸਾਹਿਬ ਨੇ ਸਿੱਖੀ ਦਾ ਮਾਰਗ ਬਣਾਇਆ, ਇਹ ਮਾਰਗ ਬਾਹਰ ਨੂੰ ਨਹੀਂ ਜਾਂਦਾ, ਇਹ ਮਾਰਗ ਸਾਡੇ ਅੰਦਰ ਨੂੰ ਜਾਂਦਾ ਹੈ। ਇਹ ਰਸਤਾ ਸਾਡੇ ਅੰਦਰੋਂ ਹਿਰਦੇ ਤੱਕ ਜਾਂਦਾ ਹੈ। ਇਹ ਮਨ, ਦਿਲ, ਦਿਮਾਗ ਤੋਂ ਹੁੰਦਿਆਂ ਸਾਡੇ ਹਿਰਦੇ ਤੱਕ ਇਹ ਰਸਤਾ ਜਾਂਦਾ ਹੈ। ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਚੱਲਣਾ ਸੀ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਦੇ ਅੰਦਰ ਗੁਰੂ ਦੁਆਰਾ ਉਹ ਸ਼ੌ ਪ੍ਰਗਟ ਹੋ ਗਿਆ, ਤੇ ਸੁਹਾਗਣੀ, ਅਸਲ ਵਿੱਚ ਉਹ ਸੁਹਾਗਣ ਜੀਵ ਇਸਤਰੀਆਂ ਨੇ। ਅਸੀਂ ਤਾਂ ਹਜੇ ਬੇਨਤੀਆਂ ਹੀ ਕਰੀਏ, ਕਿਉਂਕਿ ਆਪਣੇ ਆਪਣੇ ਅੰਦਰ ਝਾਤ ਮਾਰੋ। ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਮੇਰੇ ਅੰਦਰ ਨਫ਼ਰਤ ਹੈ, ਮੇਰੇ ਅੰਦਰ ਈਰਖਾ ਹੈ, ਮੇਰੇ ਅੰਦਰ ਹਜੇ ਜਾਤ ਪਾਤ ਦਾ ਕੀੜਾ ਅੰਦਰ ਬੈਠਾ ਹੈ। ਇਹ ਉੱਚੀ ਜਾਤ ਦਾ, ਇਹ ਨੀਵੀਂ ਜਾਤ ਦਾ, ਇਹ ਅਮੀਰ ਹੈ, ਇਹ ਗਰੀਬ ਹੈ, ਇਹ ਅੰਦਰ ਹਜੇ ਮੇਰੇ ਅੰਦਰ ਭਾਵਨਾ ਹੈ। ਤੇ ਜੇ ਅੰਦਰ ਹੈ ਤਾਂ ਫਿਰ ਅਰਦਾਸ ਕਰੋ ਕਿ ਕਰਮਹੀਨ ਧਨ ਕਰੈ ਬੇਨੰਤੀ,
ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮਰਾਰੀ। ਮੈਂ ਕਰਮਾਂ ਦੀ ਮਾਰੀ ਕਦੋਂ ਸੁਹਾਗਣ ਬਣਾਂਗੀ, ਮੈਂ ਕਰਮਾਂ ਦੀ ਮਾਰੀ ਹੋਈ ਕਦੋਂ ਮੈਨੂੰ ਸ਼ੌ ਦੀ ਪ੍ਰਾਪਤੀ ਹੋਏਗੀ। ਹੁਣ ਤਾਂ ਇੰਨੇ ਜਨਮ ਭੋਗ ਲਏ ਨੇ, ਹੁਣ ਹੋਰ ਜਨਮ ਭੋਗਣ ਦੀ ਹਿੰਮਤ ਨਹੀਂ ਹੈ। ਹੁਣ ਤਾਂ ਬਸ ਇਹੀ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਵਹੁਰ ਨਾ ਭਵਜਲ ਫੇਰਾ। ਹੁਣ ਹੀ ਇਸ ਬੰਦੇ ਤੇ ਕਿਰਪਾ ਕਰ ਦਿਓ, ਇਹ ਸ਼ੌ ਦੀ ਪ੍ਰਾਪਤੀ ਅੰਦਰ ਦੀ ਜਿੰਦ ਨੂੰ ਹੋ ਜਾਏ, ਇਹ ਦੁਹਾਗਣ ਬਣ ਕੇ ਭਟਕਦੀ ਨਾ ਰਵੇ। ਸਭ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਦੁਆਰਾ ਅੰਦਰ ਹਿਰਦੇ ਵਿੱਚ ਪ੍ਰਗਟ ਕਰ ਲਿਆ, ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਜਿਨ੍ਹਾਂ ਨੇ ਗੁਰੂ ਦੇ ਦੁਆਰਾ ਰਾਮ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਪਰੋ ਲਿਆ, ਆਪਣੇ ਗਲ ਵਿੱਚ ਪਰੋ ਲਿਆ, ਨਾ ਸਭ ਕਹਿੰਦੇ ਸਾਵਣ ਤਿਨਾ ਸੁਹਾਗਣੀ। ਕਹਿੰਦੇ ਨੇ ਉਹਦੇ ਲਈ ਜੀਵਨ ਸੋਹਣਾ ਹੋ ਜਾਂਦਾ ਹੈ, ਕਿਉਂਕਿ ਉਹ ਸੁਹਾਗਣ ਆਪਣੇ ਸੁਹਾਗ ਨੂੰ ਪਾ ਲੈਂਦੀ ਹੈ। ਸਾਡੇ ਕੋਲ ਦੁਨੀਆ ਦੇ ਸਾਰੇ ਸੁੱਖ ਖੁਸ਼ੀਆਂ ਸਾਡੇ ਕੋਲ ਹੋਣ, ਪਰ ਜੇ ਇੱਕ ਸ਼ੌ ਨਾ ਹੋਵੇ। ਤੁਸੀਂ ਬਾਹਰ ਕਿਸੇ ਜੀਵ ਇਸਤਰੀ ਨੂੰ ਪੁੱਛ ਕੇ ਵੇਖੋ, ਕੋਈ ਕਿਸੇ ਭੈਣ ਨੂੰ ਪੁੱਛ ਕੇ ਵੇਖੇ ਵੀ ਭੈਣੇ ਕਰੋੜਾਂ ਦਾ ਮਕਾਨ ਹੈ ਤੇਰੇ ਕੋਲ ਸੋਨਾ ਚਾਂਦੀ ਪਤਾ ਹੀ ਨਹੀਂ ਕਿੰਨਾ ਹੈ, ਗਹਿਣੇ ਕੱਪੜੇ ਲੀੜੇ ਪਤਾ ਹੀ ਨਹੀਂ ਕਿੰਨੇ ਨੇ, ਤੇਰੇ ਬੈਂਕ ਦੇ ਵਿੱਚ ਲੱਖਾਂ ਰੁਪਈਆ ਤੇਰੇ ਨਾਮ ਤੇ ਹੈ, ਤੂੰ ਤੇ ਬੜਾ ਸੁੱਖ ਭੋਗਦੀ ਹੋਏਂਗੀ। ਉਹਨੇ ਆਖਣਾ ਕਾਹਦਾ ਸੁੱਖ, ਸ਼ੌ ਤੇ ਮੇਰੇ ਕੋਲ ਨਹੀਂ ਹੈ, ਮੇਰੇ ਜੀਵਨ ਦਾ ਸਾਥੀ ਤੇ ਮੇਰੇ ਕੋਲ ਹੈ ਹੀ ਨਹੀਂ, ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਕੀ ਕਰਨਾ। ਇਹ ਸੁੱਖ ਤਾਂ ਨੇ ਜੇ ਮੇਰਾ ਪਤੀ ਮੇਰੇ ਨਾਲ ਹੈ, ਮੇਰਾ ਸ਼ੌ ਮੇਰੇ ਨਾਲ ਹੈ। ਇਹ ਸਾਰੇ ਤਾਂ ਪਦਾਰਥ ਮੇਰੇ ਲਈ ਸੁਖਦਾਈ ਨੇ, ਤੇ ਜੇ ਇਹ ਪਰਮੇਸ਼ਵਰ ਪਤੀ ਮੇਰੇ ਨਾਲ ਨਹੀਂ, ਇਹ ਸਾਰਾ ਕੁਝ ਮੇਰੇ ਲਈ ਦੁਖਦਾਈ ਹੈ। ਪਰ ਅੱਜ ਦੀ ਹਾਲਤ ਪਤਾ ਕੀ ਹੈ, ਮੈਨੂੰ ਮਾਫ ਕਰਿਆ ਜੇ, ਅੱਜ ਮਾਇਆਵੀ ਰੰਗਾਂ ਵਿੱਚ ਆਪਾਂ ਰੰਗੇ ਹੋਏ ਆ। ਅਸੀਂ ਕਹਿੰਦੇ ਆ ਪਤੀ ਦੀ ਲੋੜ ਨਹੀਂ, ਪਰ ਉਹਦੀ ਜਾਇਦਾਦ ਦੀ ਲੋੜ ਹੈ। ਅਸੀਂ ਕਹਿੰਦੇ ਉਹਦਾ ਧਨ ਪਦਾਰਥ ਹੀ ਚਾਹੀਦਾ, ਬਸ ਉਹ ਹੋਵੇ ਨਾ ਹੋਵੇ, ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ, ਉਹਦੇ ਨਾਲ ਕੋਈ ਮਤਲਬ ਨਹੀਂ, ਬਸ ਉਹਦਾ ਪਦਾਰਥ ਚਾਹੀਦਾ। ਅਸੀਂ ਮਾਇਆਵਾਦੀ ਆ, ਪਦਾਰਥਵਾਦੀ ਆ, ਸਵਾਰਥਵਾਦੀ ਆ। ਅੱਜ ਬੱਚੇ ਕਹਿੰਦੇ ਮਾਪਿਆਂ ਨੂੰ ਤੁਹਾਡੀ ਲੋੜ ਨਹੀਂ, ਬਸ ਤੁਹਾਡੀ ਜ਼ਮੀਨਾਂ ਸਾਡੇ ਨਾਮ ਤੇ ਹੋਣੀਆਂ ਚਾਹੀਦੀਆਂ ਨੇ, ਤੁਹਾਡੇ ਬੈਂਕ ਬੈਲੈਂਸ ਸਾਡੇ ਨਾਮ ਤੇ ਹੋਣਾ ਚਾਹੀਦਾ, ਤੁਹਾਡੀ ਸਾਨੂੰ ਲੋੜ ਨਹੀਂ, ਤੁਸੀਂ ਰਹੋ ਭਾਵੇਂ ਨਾ ਰਹੋ, ਪਰ ਤੁਹਾਡਾ ਜ਼ਮੀਨ ਜਾਇਦਾਦ ਸਾਡਾ। ਅਸੀਂ ਇਹ ਮਾਇਆਵਾਦੀ ਪਦਾਰਥਵਾਦੀ ਜ਼ਿੰਦਗੀ ਜੀ ਰਹੇ ਹਾਂ। ਇਸ ਲਈ ਜਿਨ੍ਹਾਂ ਨੂੰ ਅੰਦਰ ਪ੍ਰੇਮ ਦਾ ਜਾਗ ਲੱਗਾ, ਉਹਨਾਂ ਨੂੰ ਫਿਰ ਸ਼ੌ ਦੀ ਤੜਪ ਮਹਿਸੂਸ ਹੋਈ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਜਿਹਨੂੰ ਸ਼ੌ ਦੀ ਕਮੀ ਮਹਿਸੂਸ ਹੁੰਦੀ ਹੈ, ਉਹ ਦਰਵਾਜ਼ੇ ਤੇ ਖਲੋ ਕੇ ਰਾਹ ਵੇਖਦੀ ਹੈ ਕਿ ਮੇਰਾ ਪਤੀ ਹਜੇ ਤੱਕ ਆਇਆ ਨਹੀਂ। ਲੋਚਨ ਅੱਖਾਂ ਭਰੀਆਂ ਹੁੰਦੀਆਂ ਨੇ, ਹੋਕੇ ਲੈ ਰਹੀ ਹੁੰਦੀ ਹੈ ਵੀ ਕਿਉਂ ਨਹੀਂ ਆਇਆ, ਇੰਨਾ ਸਮਾਂ ਹੋ ਗਿਆ। ਤੇ ਜਿਨ੍ਹਾਂ ਅੰਦਰ ਪ੍ਰਭੂ ਨੂੰ ਵਿਛੜਨ ਦਾ ਵੈਰਾਗ ਪੈਦਾ ਹੋ ਜਾਏ ਕਿ ਮੈਂ ਪ੍ਰਭੂ ਤੋਂ ਵਿਛੜੀ ਹੋਈ ਹਾਂ, ਪਰਮੇਸ਼ਵਰ ਤੋਂ, ਉਹਨਾਂ ਦੀਆਂ ਅੱਖਾਂ ਤੇ ਹਰ ਵੇਲੇ ਸੇਜਲ ਰਹਿੰਦੀਆਂ। ਉਹਨਾਂ ਦੇ ਮਨ ਵਿੱਚ ਤਾਂ ਹਰ ਵੇਲੇ ਵੈਰਾਗ ਬਣਿਆ ਰਹਿੰਦਾ ਹੈ ਕਿ ਮੇਰਾ ਸ਼ੌ, ਮੇਰਾ ਮਾਲਕ, ਮੇਰਾ ਪ੍ਰਭੂ ਕਿਵੇਂ ਮਿਲੇਗਾ ਮੈਨੂੰ, ਕਿਹੜਾ ਉਪਾਅ ਯਤਨ ਕਰਾਂ ਜਿਹਦੇ ਨਾਲ ਮੇਰੀ ਨਿਮਾਣੀ ਜਿੰਦ ਨੂੰ ਮੇਰਾ ਸ਼ੌ ਮਿਲ ਜਾਏ। ਪਰ ਇਹ ਜਿਹਦੇ ਅੰਦਰ ਪ੍ਰੇਮ ਦਾ ਜਾਗ ਲੱਗੇਗਾ, ਉਦੋਂ ਪ੍ਰਭੂ ਨੂੰ ਮਿਲਣ ਦੀ ਤੜਪ ਪੈਦਾ ਹੋਣੀ ਹੈ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਉਹਨੂੰ ਹੋਏਗਾ ਨਾ ਜਿਹਦੇ ਮਨ ਵਿੱਚ ਵੈਰਾਗ। ਤੇ ਗੁਰਬਾਣੀ ਪੜ੍ਹ ਕੇ ਅਸੀਂ ਉਹ ਵੈਰਾਗ ਹੀ ਤਾਂ ਪੈਦਾ ਕਰਨਾ ਹੈ। ਹਜੇ ਤੇ ਅਸੀਂ ਪਦਾਰਥਾਂ ਦੇ ਵੈਰਾਗ ਅੰਦਰ ਬਣਾ ਕੇ ਬੈਠੇ ਹਾਂ, ਦੁਨੀਆ ਦੇ ਵੈਰਾਗ ਪਿੱਛੇ ਰੋ ਰਹੇ ਹਾਂ, ਕੁਰਲਾ ਰਹੇ ਹਾਂ, ਪਰ ਕਿਤੇ ਪਰਮੇਸ਼ਵਰ ਨੂੰ ਮਿਲਣ ਲਈ ਵੀ ਕਿਤੇ ਅੱਖਾਂ ਭਰ ਲੈਂਦੇ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੈ। ਜਿਨ੍ਹਾਂ ਨੂੰ ਸ਼ੌ ਦੇ ਨਾਲ ਪ੍ਰੀਤ ਹੋ ਜਾਏ, ਉਹ ਪਦਾਰਥਾਂ ਨਾਲ ਪ੍ਰੀਤ ਨਹੀਂ ਜੇ ਕਰਦੇ, ਤੇ ਜਿਹਨੂੰ ਪਦਾਰਥਾਂ ਨਾਲ ਪ੍ਰੀਤ ਹੁੰਦੀ ਹੈ, ਉਹ ਕਦੇ ਸ਼ੌ ਨਾਲ ਪ੍ਰੀਤ ਨਹੀਂ ਪਾਉਂਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਸੁਹਾਗਣਾ ਵਾਲੇ ਗੁਣ ਆ ਕੇ ਗ੍ਰਹਿਣ ਕੀਤੇ, ਉਹਨਾਂ ਨੇ ਖਸਮ ਪਰਮੇਸ਼ਵਰ ਦੀ ਬਾਣੀ ਦਾ ਅਭਿਆਸ ਕਰਕੇ
ਆਪਣੇ ਅੰਦਰੋਂ ਉਹਨੂੰ ਪ੍ਰਗਟ ਕਰ ਲਿਆ, ਤੇ ਜਿਨ੍ਹਾਂ ਪ੍ਰਗਟ ਕਰ ਲਿਆ ਨਾਨਕ ਤੇ ਸੁਹਾਗਣੀ, ਉਹ ਅਸਲ ਦੇ ਵਿੱਚ ਸੁਹਾਗਣ ਸੋਹਣੇ ਸ਼ੁਭ ਗੁਣਾਂ ਵਾਲੀ ਜੀਵ ਇਸਤਰੀ ਹੁੰਦੀ ਹੈ ਜਿਹਨੇ ਸ਼ਉ ਨੂੰ ਪਾ ਲਿਆ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ। ਸਾਹਿਬ ਜੀ ਕਹਿੰਦੇ ਜੇ ਹੁਣ ਤੁਹਾਨੂੰ ਇਹ ਪ੍ਰੇਮ ਦੀ ਖੇਡ ਖੇਡਣ ਦਾ ਚਾਓ ਹੈ, ਇਹ ਪ੍ਰੇਮ, ਇਹ ਆਪਾਂ ਖੇਡਦੇ ਹਾਂ ਨਫ਼ਰਤ ਦੀ ਖੇਡ, ਅਸੀਂ ਖੇਡ ਰਹੇ ਹਾਂ ਈਰਖਾ ਨਫ਼ਰਤ ਨਾਲ ਭਰੀ, ਤੇ ਕਿਵੇਂ ਪ੍ਰਭੂ ਨੂੰ ਪਾਲਾਂਗੇ। ਮਹਾਰਾਜ ਕਹਿੰਦੇ ਜੇ ਆ ਤੁਹਾਨੂੰ ਸਮਝ ਆ ਗਈ ਨਾ ਨਾਨਕ ਤੇ ਸੁਹਾਗਣੀ, ਤੇ ਫਿਰ ਜਾਓ ਤਉ ਪ੍ਰੇਮ ਖਿਲਨ ਕਾ ਚਾਓ। ਇਹ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਸ਼ਲੋਕ ਹੈ, ਧਿਆਨ ਰੱਖਿਓ। ਕਈ ਵਾਰ ਅਸੀਂ ਭਲੇਖਾ ਟਪਲਾ ਖਾ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਿਆ, ਕਈ ਵਾਰ ਪਤਾ ਨਹੀਂ ਹੁੰਦਾ, ਤੇ ਮਾਈਕ ਲੈ ਕੇ ਅਸੀਂ ਕਈ ਵਾਰ ਖਲੋ ਕੇ ਇਹ ਪੰਕਤੀ ਪੜ੍ਹ ਕੇ ਕਹਿੰਦੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੈ, ਪਰ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਪਹਿਲੇ ਜਾਮੇ ਵਿੱਚ ਹੀ। ਔਰ ਪਹਿਲੇ ਜਾਮੇ 'ਚ ਹੀ ਸਾਨੂੰ ਇਹ ਖੇਡ ਜਿਹੜੀ ਸੀ ਸਮਝਾ ਦਿੱਤੀ ਗਈ। ਸਾਹਿਬ ਕਹਿੰਦੇ ਜਾਓ ਜੇ ਤਾਓ ਤੈਨੂੰ ਪ੍ਰੇਮ ਖੇਲਣ ਕਾ ਚਾਓ, ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਓ ਹੈ। ਕਿਉਂ ਹੈ? ਕਿਉਂਕਿ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਤੈਨੂੰ ਪ੍ਰੇਮ ਦੀ ਖੇਡ ਅੰਦਰ ਖੇਡਣੀ ਆਏਗੀ ਤਾਂ ਹੀ ਪ੍ਰਭੂ ਨੂੰ ਮਿਲ ਸਕਦਾ ਹੈ। ਹਾਲਾਂਕਿ ਉਹ ਤੇਰੇ ਅੰਦਰ ਛਾਓ ਬੈਠਾ ਹੈ, ਪਰ ਉਹਨੂੰ ਮਿਲਣਾ ਸੌਖਾ ਨਹੀਂ ਹੈ। ਉਹਦੇ ਲਈ ਤੈਨੂੰ ਪ੍ਰੇਮ ਦੀ ਖੇਡ ਖੇਡਣੀ ਬਣੀ। ਸਾਚ ਕਹੋ ਸੁਣ ਲਿਓ ਸਭੈ, ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਇਹ ਨਾ ਹੋਵੇ ਕਿ ਤੂੰ ਕਹੀਂ ਮਿਲਣਾ ਤੂੰ ਛਾਓ ਨੂੰ ਹੋਵੇ ਤੇ ਜੁੜਿਆ ਤੂੰ ਪੀਰਾਂ ਤੇ ਫਕੀਰਾਂ ਨਾਲ ਹੋਵੇ, ਮਿਲਣਾ ਤੂੰ ਛਾਓ ਪਰਮਾਤਮਾ ਨੂੰ ਹੋਵੇ ਤੇ ਜੁੜਿਆ ਤੂੰ ਕਿਸੇ ਕਬਰ ਨਾਲ ਹੋਵੇਂ, ਜੁੜਿਆ ਕਿਸੇ ਮੜੀ ਨਾਲ ਹੋਵੇਂ, ਜੁੜਿਆ ਤੂੰ ਕਿਸੇ ਧਾਗੇ ਤਵੀਤ ਨਾਲ ਹੋਵੇਂ, ਜੁੜਿਆ ਤੂੰ ਕਿਸੇ ਵੀਰਵਾਰ ਤੇ ਸ਼ਨੀਵਾਰ ਵਾਲੇ ਦਿਨ ਨਾਲ ਹੋਵੇਂ, ਤੇ ਤੂੰ ਕਵੇਂ ਛਾਓ ਜੀ ਮੈਨੂੰ ਮਿਲੋ। ਇਸ ਤਰ੍ਹਾਂ ਪ੍ਰੇਮ ਦੀ ਖੇਡ ਨਹੀਂ ਖੇਡੀ ਜਾਣੀ। ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਓ ਹੈ ਨਾ, ਫਿਰ ਮੜੀਆਂ ਤੇ ਮਸਾਣਾ ਵਾਲਾ ਪਾਸਾ ਛੱਡਣਾ ਪੈਣਾ ਹੈ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ ਬੜਾ ਔਖਾ ਹੈ। ਜੋਤਸ਼ੀਆਂ ਕੋਲ ਜਾਣਾ ਛੱਡਣਾ ਬੜਾ ਔਖਾ ਹੈ। ਧਾਗੇ ਤਵੀਤਾਂ ਵਾਲਿਆਂ ਕੋਲ ਜਾ ਕੇ ਛੱਡਣਾ ਰਾਹ ਬੜਾ ਔਖਾ ਹੈ। ਕਿਸੇ ਕਬਰ ਦੇ ਕੋਲ ਜਾਂਦੇ ਆ, ਉੱਥੇ ਜਾਣਾ ਛੱਡਣਾ ਬੜਾ ਔਖਾ ਹੈ। ਕਿਸੇ ਬਾਬੇ ਕੋਲ ਜਾ ਕੇ ਅਸੀਂ ਪੁੱਛਦੇ ਆ, ਉਹ ਫਲ ਝੋਲੀ ਪਾ ਦਿੰਦਾ, ਉਹਦਾ ਦਰ ਛੱਡਣਾ ਬੜਾ ਔਖਾ ਹੈ। ਪੁੱਛਾਂ ਪੁੱਛਣ ਵਾਲੇ ਜਿਹੜੇ ਨੇ, ਉਹ ਦੱਸਣ ਵਾਲੇ ਜਿਹੜੇ ਨੇ, ਉਹਨਾਂ ਦੇ ਰਾਹ ਛੱਡਣੇ ਬੜੇ ਔਖੇ ਨੇ। ਤਾਂ ਹੀ ਮਹਾਰਾਜ ਕਹਿੰਦੇ ਜੇ ਤੂੰ ਖੇਡਣਾ ਨਾ ਪ੍ਰੇਮ ਦੀ ਖੇਡ, ਜੇ ਸੁਹਾਗਣ ਬਣਨਾ ਤਾਂ ਆ ਸਾਰੇ ਰਾਹ ਛੱਡਣੇ ਪੈਣੇ ਆ ਤੈਨੂੰ। ਇਹ ਜਿੰਨੇ ਕਰਮ ਕਾਂਡ ਇਹ ਸਾਰੇ ਤੈਨੂੰ ਤਿਆਗਣੇ ਪੈਣੇ ਨੇ। ਭਾਈ ਮੰਝ ਨੂੰ ਕਿਹਾ ਸੀ ਨਾ, ਕਹਿੰਦੇ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ, ਛਾਉ ਨੂੰ ਮਿਲਣਾ ਚਾਹੁੰਦਾ, ਜਾਂ ਫਿਰ ਜਾ ਕੇ ਪਹਿਲਾਂ ਸਖੀ ਸਰਵਰੀਏ ਦਾ ਰਾਹ ਛੱਡ ਕੇ ਆ। ਤੂੰ ਤੁਰਿਆ ਸਖੀ ਸਰਵਰੀਏ ਵੱਲ ਹੈ ਤੇ ਮਿਲਣਾ ਤੂੰ ਛਾਉ ਨੂੰ ਚਾਹੁੰਦਾ। ਇਦਾਂ ਨਹੀਂ ਮਿਲਿਆ ਜਾਣਾ। ਉਹਦੇ ਲਈ ਤੈਨੂੰ ਪ੍ਰੇਮ ਦੀ ਖੇਡ ਖੇਡਣੀ, ਉਹਦੇ ਲਈ ਦੁਨੀਆ ਦੀਆਂ ਗੱਲਾਂ ਵੀ ਸੁਣਨੀਆਂ ਪੈਣਗੀਆਂ, ਬੜਾ ਕੁਝ ਸਹਿਣਾ ਪਏਗਾ। ਤੇ ਪ੍ਰੇਮ ਦੀ ਖੇਡ ਦੀ ਹੱਦ ਪਤਾ ਕੀ ਹੈ? ਜਿੱਥੇ ਆ ਕੇ ਕਹਿਣਾ ਪਏਗਾ ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਮਾਲਕ ਜੀ ਤੇਰਾ ਪਾਸਾ ਵੱਟਣਾ ਮੈਨੂੰ ਮਨਜ਼ੂਰ ਨਹੀਂ, ਮੇਰੇ ਸਿਰ ਤੇ ਆਰਾ ਚੱਲ ਜਾਏ। ਪ੍ਰੇਮ ਦੀ ਖੇਡ ਖੇਡਦਿਆਂ ਜੇ ਮੇਰੇ ਸਿਰ ਤੇ ਆਰਾ ਵੀ ਚੱਲ ਜਾਏ ਨਾ, ਉਹ ਮੈਂ ਮਨਜ਼ੂਰ ਕਰਨ ਨੂੰ ਤਿਆਰ ਹਾਂ, ਪਰ ਤੇਰਾ ਪਾਸਾ ਵੱਟ ਜਾਣਾ ਮੈਨੂੰ ਕਬੂਲ ਨਹੀਂ। ਭਾਵ ਕਿ ਤੇਰੇ ਤੋਂ ਬੇਮੁਖ ਹੋਣਾ ਮਨਜ਼ੂਰ ਨਹੀਂ ਹੈ। ਹਾਂ ਮੇਰੇ ਸਿਰ ਤੇ ਆਰਾ ਚੱਲਦਾ ਤੇ ਚੱਲ ਜਾਏ, ਪਰ ਕਰਵਟ ਭਲਾ ਨਾ ਕਰਵਟ ਤੇਰੀ, ਤੇਰੀ ਕਰਵਟ ਜਿਹੜੀ ਹੈ ਇਹ ਮੈਨੂੰ ਪਸੰਦ ਨਹੀਂ, ਮੈਨੂੰ ਚੰਗੀ ਨਹੀਂ ਲੱਗਣੀ, ਕਿਉਂਕਿ ਤੇਰਾ ਪਾਸਾ ਵੱਟ ਜਾਣਾ ਮੇਰੇ ਜੀਵਨ ਵਿੱਚ ਹਰ ਬਿਸਰਤ ਸਦਾ ਖੁਆਰੀ ਵਾਲੀ ਹਾਲਤ ਹੋ ਜਾਣੀ ਹੈ। ਇਸ ਲਈ ਮੈਨੂੰ ਆਰਾ ਸਿਰ ਤੇ ਚੱਲ ਜਾਏ ਉਹ ਮਨਜ਼ੂਰ ਹੈ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਆ ਹੈ ਪ੍ਰੇਮ ਦੀ ਖੇਡ ਜਿਹੜੀ ਆਪਾਂ ਖੇਡਣੀ ਹੈ। ਇੱਥੇ ਪੈਰ ਨਹੀਂ ਥਿੜਕਣਾ ਚਾਹੀਦਾ। ਇੱਥੋਂ ਦੀ ਪੈਰ ਥਿੜਕ ਕੇ ਕਿਸੇ ਮੜੀ ਮਸਾਣ ਦੇ ਧਾਰੀ ਵੱਲ ਨਹੀਂ ਜਾਣਾ ਚਾਹੀਦਾ। ਅੱਜ ਦੇਖੋ ਸਮਾਜ ਦੇ ਵਿੱਚ ਹਾਲਾਤ ਕੀ ਨੇ। ਉਹਨਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਨਹੀਂ ਦਿੰਦੇ ਜਿੰਨਾ ਅਸੀਂ ਦੇ ਧਾਰੀਆਂ ਨੂੰ ਦੇਣਾ ਸ਼ੁਰੂ ਕੀਤਾ ਹੈ।
ਤੇ ਛਾਉ ਕਿੱਥੋਂ ਮਿਲ ਜਾਏਗਾ ਸਾਨੂੰ? ਜਿਸ ਗੁਰੂ ਰਾਹੀਂ ਸਾਨੂੰ ਛਾਉ ਮਿਲਣਾ ਸੀ ਉੱਥੇ ਤੇ ਉਹਦੇ ਨਾਲ ਕਿੰਨਾ ਕੁ ਪਿਆਰ ਹੈ, ਤੇ ਅਸੀਂ ਦੇਹ ਧਾਰੀਆਂ ਦੇ ਨਾਲ ਕਿੰਨਾ ਅਸੀਂ ਜੁੜ ਕੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਤੱਕ ਵੀ ਜਾਣ ਨੂੰ ਤਿਆਰ ਹੋ ਜਾਂਦੇ ਆ, ਤੇ ਪਾਉਣਾ ਅਸੀਂ ਛਾਉ ਨੂੰ ਚਾਹੁੰਦੇ ਆ। ਕਿਵੇਂ ਮਿਲੇਗਾ ਛਾਉ? ਇਸ ਲਈ ਕਹਿ ਰਹੇ ਨੇ ਕਿ ਹੇ ਪ੍ਰਭੂ, ਮੈਂ ਹੁਣ ਤੇਰੇ ਪ੍ਰੇਮ ਦੀ ਖੇਡ ਖੇਡਣ ਲਈ ਰਾਹ ਉੱਤੇ ਤੁਰ ਪਈਆਂ। ਜਿੰਦ ਕਹਿੰਦੀ ਹੈ ਹੁਣ ਭਾਵੇਂ ਤੂੰ ਰੱਖ ਤੇ ਭਾਵੇਂ ਹੁਣ ਤੂੰ ਮਾਰ, ਪਰ ਤੇਰਾ ਰਾਹ ਨਹੀਂ ਛੱਡਣਾ। ਗੁਰੂ ਨਾਨਕ ਸਾਹਿਬ ਜੀ ਨੇ ਕੁੱਤਕਾ ਮਾਰਿਆ ਨਾ ਹਰ ਇੱਕ ਦੇ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਜੀ ਮੈਂ ਨਹੀਂ ਤੁਹਾਡਾ ਪਿੱਛਾ ਛੱਡਣਾ, ਜਿੱਧਰ ਚੱਲੋਗੇ ਮੈਂ ਤੇ ਉਸ ਪਾਸੇ ਹੀ ਜਾਣਾ ਹੈ। ਕਹਿਣ ਲੱਗੇ ਫਿਰ ਕੁੱਤਕਾ ਖਾਣ ਨੂੰ ਤਿਆਰ ਹੋ ਜਾ। ਕਹਿੰਦੇ ਮਹਾਰਾਜ ਭਾਵੇਂ ਇੱਕ ਕੁੱਤਕਾ ਸੋਟਾ ਇੱਕ ਮਾਰੋ, ਭਾਵੇਂ 10 ਮਾਰੋ, ਪਰ ਮੈਂ ਤੁਹਾਡੇ ਚਰਨਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਣਾ, ਕਿਉਂਕਿ ਮੇਰੀ ਮੰਜ਼ਿਲ ਤੁਹਾਡੇ ਚਰਨਾਂ ਦੇ ਵਿੱਚ ਹੀ ਹੈ। ਕਿਸ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ, ਰੋਏ ਜਾਂ ਲਗ ਚੇਤਨਾ ਆਵਈ। ਇਸ ਲਈ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਭਾਵੇਂ ਮੈਨੂੰ ਰੱਖ ਤੇ ਭਾਵੇਂ ਮਾਰ, ਮੈਂ ਤੇਰਾ ਰਾਹ ਨਹੀਂ ਛੱਡਣਾ। ਇਹ ਪ੍ਰੇਮ ਦੀ ਖੇਡ ਜੇ ਚਾਉ ਹੈ ਨਾ ਅੰਦਰ ਪ੍ਰਭੂ ਨੂੰ ਮਿਲਣ ਦਾ, ਤੇ ਫਿਰ ਜੋ ਮਰਜ਼ੀ ਔਂਕੜਾਂ ਮੁਸ਼ਕਲਾਂ ਦੁੱਖ ਮੁਸੀਬਤਾਂ ਆ ਜਾਣ, ਅਸੀਂ ਇਹ ਰਾਹ ਨਹੀਂ ਛੱਡਣਾ। ਜਦੋਂ ਤੁਰ ਪਾਓਗੇ ਮੁਸ਼ਕਲਾਂ ਵੀ ਆਉਣਗੀਆਂ, ਰੁਕਾਵਟ ਵੀ ਆਏਗੀ, ਦੇਹ ਧਾਰੀਆਂ ਵਾਲੇ ਵੀ ਤੁਹਾਨੂੰ ਖਿੱਚਣਗੇ, ਮੜੀਆਂ ਵਾਲੇ ਵੀ ਖਿੱਚਣਗੇ, ਧਾਗੇ ਤਵੀਤਾਂ ਵਾਲੇ ਵੀ ਤੁਹਾਨੂੰ ਖਿੱਚਣਗੇ, ਪਰ ਤੁਸੀਂ ਆਪਣੇ ਮਾਰਗ ਤੇ ਗੁਰਬਾਣੀ ਦਾ ਆਸਰਾ ਲੈ ਕੇ ਤੁਰੇ ਰਹਿਣਾ। ਤੇ ਗੁਰੂ ਸਾਹਿਬ ਕਹਿੰਦੇ ਚਿੰਤਾ ਨਾ ਕਰੀ, ਤੂੰ ਫਿਕਰ ਨਾ ਕਰੀ, ਤੇਰੇ ਰਾਹ ਵਿੱਚ ਔਖੀ ਘੜੀਆਂ ਆਉਣਗੀਆਂ, ਪਰ ਤੂੰ ਇੱਕ ਭਰੋਸਾ ਰੱਖ ਕੇ ਚੱਲੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਕਿੰਨੀਆਂ ਮੁਸ਼ਕਲਾਂ ਆਈਆਂ, ਜਿਨ੍ਹਾਂ ਨੇ ਸ਼ਹੀਦੀਆਂ ਦੇ ਜਾਮ ਪੀਤੇ, ਪਰ ਉਹਨਾਂ ਨੇ ਸਿੱਖੀ ਤੋਂ ਮੂੰਹ ਨਹੀਂ ਸੀ ਮੋੜਿਆ। ਉਹਨਾਂ ਨੇ ਗੁਰੂ ਤੋਂ ਬੇਮੁਖ ਨਹੀਂ ਸੀ ਹੋਣਾ ਕੀਤਾ। ਖੋਪਰ ਲਵਾ ਲਿਆ, ਬੰਦ ਕਟਾ ਲਿਆ, ਆਰਾ ਵੀ ਸਿਰ ਤੇ ਚਲਵਾ ਲਿਆ। ਉਹਨਾਂ ਨੇ ਗੁਰਸਿੱਖੀ ਤੋਂ ਬਾਣੀ ਤੋਂ ਮੁਖ ਨਹੀਂ ਮੋੜਿਆ, ਕਿਉਂਕਿ ਉਹ ਪ੍ਰੇਮ ਦੀ ਖੇਡ ਖੇਡਣ ਦਾ ਚਾਉ ਲੈ ਕੇ ਚੱਲੇ ਸਨ, ਤੇ ਆਰਿਆਂ ਦੇ ਦੰਦੇ ਵੀ ਉਹਨਾਂ ਦੇ ਰਸਤੇ ਨਹੀਂ ਰੋਕ ਸਕੇ। ਉਹਨਾਂ ਦੇ ਬੱਚਿਆਂ ਦੇ ਟੁਕੜੇ ਵੀ ਹੋ ਗਏ, ਪਰ ਫਿਰ ਵੀ ਉਹ ਆਪਣਾ ਰਸਤਾ ਉਹਨਾਂ ਨੇ ਛੱਡਿਆ ਨਹੀਂ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਆ ਚਿੰਤਾ ਨਾ ਕਰ, ਉਹ ਤੈਨੂੰ ਔਖੀ ਘੜੀ ਜਿਹੜੀ ਹੈ ਉਹਦੇ ਚੋਂ ਲੰਘਾਉਣਾ ਜਾਣਦਾ ਹੈ। ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਮੇਰਾ ਸਤਿਗੁਰੂ ਆਪੇ ਔਖੇ ਰਾਹਾਂ ਤੋਂ ਲੰਘਾਉਂਦਾ ਹੈ, ਪਰ ਅਸੀਂ ਭਰੋਸਾ ਰੱਖ ਕੇ ਤੁਰੇ ਰਹੀਏ। ਇਸ ਲਈ ਮਹਾਰਾਜ ਕਹਿੰਦੇ ਨੇ ਜਾਓ ਤਉ ਪ੍ਰੇਮ ਖਿਲਨ ਕਾ ਚਾਓ। ਜੇ ਤੁਸੀਂ ਪ੍ਰਭੂ ਨੂੰ ਮਿਲਣਾ ਚਾਹੁੰਦੇ ਹੋ ਤੇ ਪ੍ਰਭੂ ਨੂੰ ਮਿਲਣ ਸੁਹਾਗਣ ਬਣਨਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਪ੍ਰੇਮ ਦੀ ਖੇਡ ਖੇਡਣੀ ਪੈਣੀ ਹੈ। ਇੱਕ ਨਾਲ ਪ੍ਰੀਤ ਪਾਉਣੀ ਪੈਣੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇੱਕ ਨਾਲ ਐਸੀ ਪੱਕੀ ਗੰਢ ਪਾਉਣੀ ਪੈਣੀ ਹੈ ਪਰਮੇਸ਼ਵਰ ਦੇ ਨਾਮ ਦੇ ਨਾਲ, ਬਾਕੀ ਰਸਤੇ ਛੱਡਣੇ ਪੈਣਗੇ। ਤੇ ਜੇ ਤੁਹਾਨੂੰ ਇਹ ਪ੍ਰੇਮ ਦੀ ਖੇਡ ਖੇਡਣ ਦਾ ਚਾਓ, ਸੁਹਾਗਣ ਬਣਨ ਲਈ, ਪਰਮੇਸ਼ਵਰ ਨੂੰ ਪਾਉਣ ਲਈ, ਜਨਮ ਮਰਨ ਦਾ ਵਿਛੋੜਾ ਕੱਟਣ ਵਾਸਤੇ ਇਹ ਚਾਓ ਤੁਹਾਡੇ ਅੰਦਰ ਜੇ ਬਣਿਆ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮਾਰਗ, ਜਿਹੜੀ ਗਲੀ ਮੈਂ ਤੁਹਾਨੂੰ ਦਿੱਤੀ ਹੈ ਨਾ ਚੱਲਣ ਵਾਸਤੇ, ਉੱਥੇ ਸਿਰ ਤਲੀ ਤੇ ਰੱਖ ਕੇ ਆਉਣਾ ਪੈਣਾ ਹੈ। ਸਿਰ ਤਲੀ ਦਾ ਮਤਲਬ ਇਹ ਨਹੀਂ ਵੀ ਆਪਣੇ ਸਿਰ ਨੂੰ ਲਾਹ ਕੇ ਤੇ ਆਪਾਂ ਹੱਥ ਤੇ ਧਰ ਕੇ ਆਉਣਾ। ਜਿੰਨੇ ਵੀ ਤੁਸੀਂ ਗੁਰਦੁਆਰੇ ਆਏ ਹੋ, ਬਾਹਰ ਕੋਈ ਖੜਾ ਹੈ ਕੋਈ ਕਿਰਪਾਨ ਲੈ ਕੇ ਵੀ ਤੂੰ ਗੁਰੂ ਘਰ ਦੇ ਅੰਦਰ ਚੱਲਿਆ ਤੇ ਪਹਿਲਾਂ ਮੈਂ ਤੇਰਾ ਸਿਰ ਲਾਉਣਾ ਤੇ ਤੂੰ ਤਲੀ ਤੇ ਰੱਖ ਕੇ ਅੰਦਰ ਜਾਈ? ਨਹੀਂ, ਇਹਦਾ ਮਤਲਬ ਸੀ ਆਪਣੇ ਹੰਕਾਰ ਨੂੰ ਕੱਢ ਕੇ ਆਈ, ਆਪਣੇ ਅੰਦਰ ਦਾ ਹੰਕਾਰ ਜਿਹੜਾ ਇਹਨੂੰ ਕੱਢ ਕੇ ਆਈ। ਜਿਵੇਂ ਪਹਿਲੇ ਜਾਮੇ 'ਚ ਅਸੀਂ ਆਖਿਆ ਮਹਾਰਾਜ ਤੁਹਾਡੇ ਕੋਲ ਆਏ ਤੇ ਮਹਾਰਾਜ ਕਹਿੰਦੇ ਸਿਰ ਧਰ ਤਲੀ ਗਲੀ ਮੇਰੀ ਆਓ, ਤੇ ਦੂਜੇ ਪਾਸੇ ਕਹਿੰਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਾਓ ਆਓ ਹਮਾਰੇ ਪਾਸ। ਜੇ ਪ੍ਰਭੂ ਨੂੰ ਮਿਲਣ ਲਈ ਪ੍ਰੇਮ ਦੀ ਖੇਡ ਖੇਡਣਾ ਚਾਹੁੰਦੇ ਹੋ, ਅਸੀਂ ਤੇ ਬਾਹਰ ਦੇ ਪ੍ਰੇਮ ਦੀ ਖੇਡ ਖੇਡਦੇ ਆਂ, ਬਾਹਰ ਦੀ ਝੂਠੀ ਪ੍ਰੀਤ ਦੇ ਜਾਲ ਵਿੱਚ ਫਸੇ ਹੋਏ ਆਂ। ਅਸੀਂ ਕਦੇ ਪ੍ਰਭੂ ਨੂੰ ਮਿਲਣ ਵਾਸਤੇ ਵੀ ਅੰਦਰ
ਪਰਮੇਸ਼ਵਰ ਦੇ ਰਾਹ ਵੱਲ ਤੁਰਦੇ ਤਾਂ ਮਹਾਰਾਜ ਕਹਿੰਦੇ ਇਸ ਰਾਹ ਤੇ ਤੁਰਨ ਲਈ ਸਿਰ ਧਰ ਤਲੀ ਮੇਰੀ ਗਲੀ ਮੇਰੀ ਆਓ। ਤੁਹਾਨੂੰ ਆਪਣਾ ਹੰਕਾਰ ਆਪਣਾ ਆਪਾਪਨ ਇਹ ਸਿਰ ਤਲੀ ਤੇ ਜਿਹੜਾ ਰੱਖ ਕੇ ਤੁਹਾਨੂੰ ਆਉਣਾ ਪਏਗਾ। ਇੱਥੇ ਆਪਣਾ ਆਪਾ ਨਹੀਂ ਜਤਾਉਣਾ, ਇੱਥੇ ਮੈਂ ਨਹੀਂ ਕਰਨਾ, ਇੱਥੇ ਹੋਮੇ ਦੀ ਬੋਲੀ ਨਹੀਂ ਬੋਲਣੀ, ਇੱਥੇ ਆਕੜ ਜਿਹੜੀਆਂ ਇਹ ਨਹੀਂ ਰੱਖਣੀ। ਇੱਥੇ ਤਾਂ ਨਿਮਰ, ਕਿਉਂਕਿ ਪਿਆਰ ਨਿਮਰਤਾ ਵਾਲਿਆਂ ਵਿੱਚ ਹੁੰਦਾ ਹੈ। ਪ੍ਰੇਮ ਜਿਹੜਾ ਹੈ ਉਹ ਨਿਮਰਤਾ ਵਿੱਚ ਜਿਉਣਾ ਸਿਖਾਉਂਦਾ ਹੈ। ਇਸ ਲਈ ਸਿਰ ਤਲੀ ਦਾ ਮਤਲਬ ਹੈ ਕਿ ਤੁਹਾਨੂੰ ਹੰਕਾਰ ਆਪਣਾ ਆਪਾ ਛੱਡ ਕੇ ਇਸ ਪ੍ਰੇਮ ਦੇ ਮਾਰਗ ਤੇ ਚੱਲਣਾ ਪਏਗਾ। ਇਤ ਮਾਰਗ ਪੈਰ ਤਰੀਜੈ। ਤੇ ਜੇ ਤੂੰ ਸਿਰ ਤਲੀ ਤੇ ਰੱਖ ਕੇ ਆਪਣੇ ਹੱਥ ਦੀ ਤਲੀ ਤੇ ਆਪਣਾ ਮਾਣ ਆਪਾਪਨ ਤਰ ਜਿਹੜਾ ਛੱਡ ਕੇ ਇਸ ਮਾਰਗ ਤੇ ਤੁਰ ਪਿਆ, ਫਿਰ ਇੱਕ ਗੱਲ ਧਿਆਨ ਰੱਖੀ, ਇਤ ਮਾਰਗ ਪੈਰ ਤਰੀਜੈ। ਜੇ ਤੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਉ ਲੈ ਕੇ ਇਸ ਮਾਰਗ ਤੇ ਪੈਰ ਰੱਖ ਦਿੱਤਾ ਹੈ, ਸਿਰ ਦੀਜੈ ਕਾਣ ਨਾ ਕੀਜੈ। ਤਾਂ ਫਿਰ ਮਹਾਰਾਜ ਕਹਿੰਦੇ ਸਿਰ ਦੀ ਬਾਜੀ ਲਾਉਣ ਦਾ ਤੇਰੇ ਅੰਦਰ ਚਾਉ ਹੋਣਾ ਚਾਹੀਦਾ ਹੈ। ਫਿਰ ਤੂੰ ਝਿਜਕਣਾ ਨਹੀਂ ਹੈ, ਸੇਵਾ ਕਰਨ ਲੱਗਿਆ ਨਹੀਂ ਝਿਜਕਣਾ, ਬਾਣੀ ਪੜਨ ਲੱਗਿਆ ਨਹੀਂ ਝਿਜਕਣਾ, ਸੰਗਤ ਕਰਨ ਲੱਗਿਆ ਨਹੀਂ ਝਿਜਕਣਾ। ਫਿਰ ਤੂੰ ਉਹਦਾ ਜਿਹੜਾ ਸੁਹਾਗਣ ਬਣਨਾ ਨਾ, ਫਿਰ ਸੁਹਾਗਣ ਬਣਨਾ ਤੇ ਫਿਰ ਉਹਦੇ ਸੁਹਾਗ ਦੀਆਂ ਨਿਸ਼ਾਨੀਆਂ ਪਾਉਣ ਤੋਂ ਨਹੀਂ ਝਿਜਕਣਾ। ਅਸੀਂ ਸ਼ਾਹ ਨੂੰ ਮਿਲਣਾ ਚਾਹੁੰਦੇ ਆ, ਪਰ ਉਹਦੀਆਂ ਸੁਹਾਗ ਦੀਆਂ ਨਿਸ਼ਾਨੀਆਂ ਪਾਉਣ ਨੂੰ ਤਾਂ ਤਿਆਰ ਕੋਈ ਨਹੀਂ। ਸੁਹਾਗ ਦੀਆਂ ਨਿਸ਼ਾਨੀਆਂ ਨਾਲ ਸਾਡਾ ਪਿਆਰ ਕੋਈ ਨਹੀਂ ਹੈ। ਅੱਜ ਕਹੋ ਖੰਡੇ ਦੀ ਪੌਲ ਲੈ ਲਓ, ਅੱਧਿਆਂ ਦੇ ਪੈਰ ਪਿੱਛੇ ਨੂੰ ਖਿਸਕਦੇ ਨੇ, ਅੱਧਿਆਂ ਦਾ ਸਿਰ ਨੀਵਾਂ ਹੋ ਜਾਂਦਾ ਹੈ। ਕਿਤੇ ਮੈਨੂੰ ਹੀ ਨਾ ਕਹਿ ਦੇਣ ਕਿਤੇ ਖੰਡੇ ਦੀ ਪੌਲ ਤੇ ਪੰਜ ਕਕਾਰ। ਇਹ ਪੰਜ ਕਕਾਰ ਕੀ ਨੇ? ਇਹ ਉਸ ਸ਼ੌ ਦੀਆਂ ਸੁਹਾਗਣ ਦੀਆਂ ਨਿਸ਼ਾਨੀਆਂ ਨੇ। ਜਦੋਂ ਤਨ ਤੇ ਪਾਈਆਂ ਹੋਣਗੀਆਂ ਤੇ ਬੰਦਾ ਕਹਿ ਸਕਦਾ ਵੀ ਇਹ ਮੜੀਆਂ ਮਸਾਣਾ ਵਾਲਾ ਨਹੀਂ ਹੈ, ਇਹ ਕਿਸੇ ਦੇਹ ਧਾਰੀਆਂ ਵਾਲਾ ਨਹੀਂ ਹੈ। ਇਹਦਾ ਸ਼ੌ ਤੇ ਅਕਾਲ ਪੁਰਖ ਪਰਮੇਸ਼ਵਰ ਹੈ, ਜਿਹਦੇ ਤਨ ਉੱਤੇ ਸੁਹਾਗ ਦੀਆਂ ਨਿਸ਼ਾਨੀਆਂ ਹੋਣਗੀਆਂ। ਤੇ ਮਹਾਰਾਜ ਕਹਿੰਦੇ ਫਿਰ ਬਾਣੇ ਤੇ ਬਾਣੀ ਤੋਂ ਪਿੱਛੇ ਨਾ ਹਟੀ। ਜੇ ਇਸ ਮਾਰਗ ਤੇ ਪੈਰ ਧਰ ਕੇ ਚੱਲਣਾ ਹੈ ਨਾ, ਪ੍ਰੇਮ ਦਾ ਚਾਉ ਲੈ ਕੇ, ਫਿਰ ਤੂੰ ਬਾਣੇ ਤੇ ਬਾਣੀ ਤੋਂ ਮੂੰਹ ਨਾ ਫੇਰੀ, ਫਿਰ ਇਹਦੇ ਤੋਂ ਮੁਨਕਰ ਨਾ ਹੋਵੀਂ। ਕੋਈ ਵੀ ਘੜੀ ਜਿਸ ਤਰ੍ਹਾਂ ਦੀ ਮਰਜ਼ੀ ਆ ਜਾਏ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਫਿਰ ਸੇਵਾ ਕਰਦਿਆਂ ਲੋਕ ਬੜਾ ਕੁਝ ਕਹਿੰਦੇ ਨੇ, ਗੁਰੂ ਦੀ ਦਾਤ ਅੰਮ੍ਰਿਤ ਦੀ ਦਾਤ ਲੈਂਦਿਆਂ, ਪੰਜ ਕਕਾਰ ਤਨ ਤੇ ਸਜਾਉਂਦਿਆਂ, ਸਾਬਤ ਸੂਰਤ ਹੁੰਦਿਆਂ ਬੜਾ ਕੁਝ ਸਮਾਜ ਕਹਿੰਦਾ। ਪਰ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਅਸੀਂ ਸਾਰੇ ਰੀਤੀ ਰਿਵਾਜ ਜਾਲ ਦਈਏ ਜਿਹੜਾ ਸਾਨੂੰ ਸ਼ੌ ਤੋਂ ਪਰਮੇਸ਼ਵਰ ਤੋਂ ਦੂਰ ਕਰਦਾ ਹੈ, ਜਿਹੜਾ ਸਾਨੂੰ ਇਸ ਮਾਰਗ ਤੇ ਚੱਲਣ ਤੋਂ ਰੋਕਦਾ ਹੈ। ਅਸੀਂ ਉਹਦਾ ਸੰਗ ਛੱਡ ਕੇ ਤੇ ਗੁਰੂ ਦਾ ਪੱਲਾ ਪਕੜ ਕੇ ਅਰਦਾਸ ਕਰੀਏ। ਮਹਾਰਾਜ ਕਹਿੰਦੇ ਜੇ ਤੈਨੂੰ ਇਸ ਮਾਰਗ ਤੇ ਚੱਲਣ ਤੇ ਪ੍ਰੇਮ ਦਾ ਖੇਡਣ ਦਾ ਚਾਉ ਹੈ ਤੇ ਫਿਰ ਸਿਰ ਤਲੀ ਤੇ ਰੱਖ ਕੇ ਆ ਜਾ। ਫਿਰ ਸਿਰ ਦੀਜੈ ਕਾਣ ਨਾ ਕੀਜੈ। ਫਿਰ ਤੂੰ ਕਹਿੰਦੇ ਅੰਦਰ ਜਿਹੜਾ ਕਿਸੇ ਪ੍ਰਕਾਰ ਦੀ ਝਿਜਕ ਨਹੀਂ ਰੱਖਣੀ। ਫਿਰ ਤੂੰ ਅੰਦਰੋਂ ਆਪਣੇ ਅੰਦਰ ਦੇਖੋ ਸ਼ਰਮ ਹਿਆ ਹੋਣੀ ਚਾਹੀਦੀ ਹੈ, ਪਰ ਇੱਥੇ ਆ ਕੇ ਤੂੰ ਕਿਸੇ ਦਾ ਭੈ ਅੰਦਰ ਨਹੀਂ ਰੱਖਣਾ। ਬਸ ਅੰਦਰੋਂ ਨਿਮਾਣਾ ਜਾ ਹੋ ਕੇ ਬੇਨਤੀ ਕਰ ਕਿ ਕਰਮਹੀਣ ਧਨ ਕਰੈ ਬੇਨੰਤੀ। ਕਿਉਂਕਿ ਆਪਾਂ ਸਾਰੇ ਹੀ ਮੇਰੇ ਸਮੇਤ ਸੁਹਾਗਣ ਬਣਨ ਲਈ ਆਏ ਆ, ਤੇ ਸਾਨੂੰ ਸੁਹਾਗਣ ਇੱਕ ਨਹੀਂ ਬਣਾਉਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਇੱਕ ਦੇਵੋ ਰਾਤ ਮੁਰਾਰੀ, ਇੱਕ ਦੇਵੋ ਰਾਤ ਮੁਰਾਰੀ। ਇੱਕ ਕਰਮਹੀਣ ਧਨ ਕਰੈ ਬੇਨੰਤੀ, ਕਰਮਹੀਣ ਧਨ ਕਰੈ ਬੇਨੰਤੀ। ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਕਦ ਸਭ ਸੁਹਾਗਣ ਮਾਣ ਰਲੀਆਂ,
ਸਭ ਸੁਹਾਗਣ ਮਾਣ ਰਲੀਆਂ। ਇਕ ਦੇਵਹੁ ਰਾਤ ਮੁਰਾਰੀ, ਇਕ ਦੇਵਹੁ ਰਾਤ ਮੁਰਾਰੀ, ਇਕ ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ, ਕਦ ਜੇ ਸੁਹਾਗਣ ਬਣਨਾ ਹੈ ਤਾਂ ਪਰਮੇਸ਼ਵਰ ਦੇ ਇਸ ਮਾਰਗ ਤੇ ਪ੍ਰੇਮ ਦਾ ਖੇਡ, ਜਿਹੜੀ ਖੇਡ ਦੱਸੀ ਹੈ, ਉਹਦਾ ਚਾਉ ਲੈ ਕੇ ਚੱਲਦੇ ਆਂ, ਆਪਣੇ ਸਿਰ ਦੀ ਬਾਜੀ ਲਾਉਂਦੇ ਆਂ, ਭਾਵ ਹੰਕਾਰ ਆਪਾ ਆਪਣਾ ਛੱਡ ਕੇ ਇਹ ਬੇਨਤੀ ਕਰਦੇ ਚਲੀਏ ਕਿ ਕਦ ਨਾਨਕ ਆਵੇ ਵਾਰੀ, ਮੇਰੀ ਵਾਰੀ ਇਸ ਮਾਰਗ ਤੇ ਚੱਲਦਿਆਂ ਕਦੋਂ ਆਏਗੀ? ਜਦੋਂ ਸ਼ੌ ਦੀ ਪ੍ਰਾਪਤੀ ਹੋਏਗੀ ਤੇ ਸੁਹਾਗਣ ਬਣ ਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣ ਸਕੇਗਾ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਜੀ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਨਿਵਾਜਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਬਾਣੀ ਨਿਤਨੇਮ ਦੇ ਨਾਲ ਜੋੜੀ ਰੱਖਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।